आदाब सत श्री अकाल। हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स विच मैं हां तरनजीत कौर घुम्मण। दोस्तों 2020 ਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ ਕੈਨੇਡਾ ਇਮੀਗ੍ਰੇਸ਼ਨ, ਕਿਹੜੀਆਂ ਫਾਈਲਸ ਪ੍ਰੋਸੈਸ ਹੋਈਆਂ, ਕਿਹੜੀਆਂ ਨਹੀਂ ਹੋਈਆਂ, ਕਿਸ ਦੇ ਉੱਤੇ ਸਖਤੀ ਹੋਈ ਤੇ ਕਿਹਨਾਂ ਨੂੰ ਥੋੜੀ ਜੀ ਛੋਟ ਮਿਲੀ, ਅੱਜ ਇਸ ਬਾਰੇ ਵਿਚਾਰ ਵਟਾਂਦਰਾ ਕਰਾਂਗੇ। ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਅੱਜ ਜਿਹੜਾ ਲੇਟੈਸਟ ਐਕਸਪ੍ਰੈਸ ਐਂਟਰੀ ਦਾ ਡਰਾ ਨਿਕਲਿਆ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। 2021 ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਕਿਸ ਤਰੀਕੇ ਦਾ ਹੋ ਸਕਦਾ ਹੈ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਜੇਕਰ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈਗਾ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਸਵਾਲ ਪੁੱਛ ਸਕਦੇ ਹੋ। ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਅਪਡੇਸ਼ਨ ਦੇਣ ਦੇ ਲਈ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਟੂਡੀਓ ਦੇ ਵਿੱਚ ICC ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ। ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਵੈਰੀ ਮਚ ਤਰਨ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਤੇ RD ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ। ਕੀ ਹਾਲ ਚਾਲ ਹੈ ਸਰ? ਆਲ ਗੁੱਡ, ਥੈਂਕ ਯੂ ਵੈਰੀ ਮਚ ਤਰਨ ਜੀ। ਸਰ ਕੋਰੋਨਾ ਵਾਇਰਸ ਹੋਇਆ ਇਸ ਦੇ ਬਾਵਜੂਦ ਵੀ ਇੱਕ ਗੱਲ ਜ਼ਰੂਰ ਹੈ ਕਿ ਕੰਮਕਾਰ ਚੱਲਦੇ ਰਹੇ, ਥੋੜਾ ਜਿਹਾ ਸਲੋ ਜ਼ਰੂਰ ਹੋਇਆ ਪ੍ਰੋਸੈਸ, ਪਰ ਇਮੀਗ੍ਰੇਸ਼ਨ ਦੇ ਕੇਸਿਸ ਨਾਲ ਦੇ ਨਾਲ ਪ੍ਰੋਸੈਸ ਵੀ ਪੂਰੀ ਕੋਸ਼ਿਸ਼ ਹੋ ਰਹੀ ਹੈ ਕਿ ਕੀਤੇ ਜਾਣ। ਸੋ ਜੇ 2020 ਦੇ ਇਸ ਪੂਰੇ ਸਫ਼ਰ ਨੂੰ ਦੇਖੀਏ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ? ਤਰਨ ਜਿਹੜਾ 2020 ਸ਼ੁਰੂ ਹੋਇਆ ਸੀਗਾ ਉਹ ਬੜੇ ਇੱਕ ਬੈਂਗ ਦੇ ਨਾਲ ਸ਼ੁਰੂ ਹੋਇਆ ਸੀਗਾ ਐਂਡ ਖਾਸ ਕਰ ਇਮੀਗ੍ਰੇਸ਼ਨ ਵਾਸਤੇ ਵੀ ਬਿਕੋਜ਼ ਬਹੁਤ ਸਾਰੀਆਂ ਐਕਸਪੈਕਟੇਸ਼ਨ ਸੀਗੀਆਂ 2020 ਦੇ ਵਿੱਚੋਂ ਐਂਡ ਬਟ ਨੋਬਡੀ ਐਕਸਪੈਕਟਡ ਕਿ ਪੈਂਡੈਮਿਕ ਇਸ ਸੂਰਤ ਦੇ ਵਿੱਚ ਦੁਨੀਆ ਦੀ ਸਾਰੀ ਇਕਨੋਮੀਜ਼ ਨੂੰ ਜਕੜ ਲਏਗਾ। ਸੋ ਉਹਦੇ ਕਰਕੇ ਮਾਰਚ ਦੇ ਵਿੱਚ ਲਾਕਡਾਊਨਸ ਹੋਣੇ ਸ਼ੁਰੂ ਹੋ ਗਏ ਐਂਡ ਇਨੀਸ਼ੀਅਲੀ ਵੀ ਸੌ ਅ ਬਿਗ ਲਾਕਡਾਊਨ ਤੇ ਉਸ ਤੋਂ ਬਾਅਦ ਵੀ ਆਰ ਗੈਟਿੰਗ ਯੂਜ਼ਡ ਟੂ ਦ ਲਾਈਫ ਵਿਦ ਕਰੋਨਾ ਨਾਓ ਐਂਡ ਹੁਣ ਰੀਸੈਂਟ ਵੈਕਸੀਨ ਵੀ ਆ ਗਿਆ। ਦੇਰ ਆਰ ਸਮ ਪੋਜ਼ਿਟਿਵ, ਦੇਰ ਆਰ ਸਮ ਨੈਗੇਟਿਵਸ ਵਿਚ ਆਰ ਹੈਪਨਿੰਗ ਐਂਡ ਨਵਾਂ ਜਿਹੜਾ ਵੇਰੀਐਂਟ ਆਇਆ ਹੈਗਾ ਜਿਹੜਾ UK ਦੇ ਵਿੱਚ ਉਹਨੇ ਥੋੜਾ ਜਿਹਾ ਪੌਜ਼ ਫਿਰ ਲਗਾਇਆ। ਬਟ ਐਜ਼ ਫਾਰ ਐਜ਼ ਇਮੀਗ੍ਰੇਸ਼ਨ ਇਜ਼ ਕੰਸਰਨਡ ਅਗਸਤ ਸੈਪਟੈਂਬਰ ਔਨਵਰਡਸ ਇਟ ਹੈਜ਼ ਸਟਾਰਟਡ ਪਿਕਿੰਗ ਅਪ ਪੇਸ ਅਗੇਨ। ਸੋ ਹੁਣ ਦੁਬਾਰਾ ਸਿਸਟਮ ਚੱਲ ਰਿਹਾ ਹੈਗਾ ਐਂਡ ਵੀਜ਼ਾ ਐਪਲੀਕੇਸ਼ਨ ਸੈਂਟਰਸ ਖੁੱਲ੍ਹਣੇ ਹੋਣੇ ਸ਼ੁਰੂ ਹੋ ਗਏ ਹੈਗੇ ਨੇ। ਸਾਰੀ ਚੀਜ਼ਾਂ ਦੇ ਆਰ ਗੈਟਿੰਗ ਬੈਕ onto the track but 2020 ਦੇ ਵਿੱਚ ਜੋ ਐਕਸਪੈਕਟੇਸ਼ਨ ਸੀਗੀਆਂ ਉਸ ਤਰ੍ਹਾਂ ਖਰਾ ਨਹੀਂ ਉਤਰ ਸਕਿਆ। ਹੁਣ ਸੇਮ ਐਕਸਪੈਕਟੇਸ਼ਨਸ ਰਾਦਰ ਮੋਰ ਐਕਸਪੈਕਟੇਸ਼ਨਸ ਆਰ देयर ਫਰਮ 2021। ਬਿਲਕੁਲ ਜੀ, ਇਹਨਾਂ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। 2020 ਵਿੱਚ ਕਿੰਨਾ ਲਈ ਜ਼ਿਆਦਾ ਬੈਟਰ ਰਿਹਾ, ਕਿੰਨਾ ਲਈ ਥੋੜਾ ਔਖਾ ਰਿਹਾ, ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ 21 ਬਾਰੇ ਵੀ ਗੱਲਬਾਤ ਕਰਾਂਗੇ। ਪਰ ਸ਼ੁਰੂਆਤ ਕਰਦੇ ਹਾਂ ਜੀ, ਹਮੇਸ਼ਾ ਆਪਾਂ ਗੱਲ ਕਰਦੇ ਹਾਂ ਐਕਸਪ੍ਰੈਸ ਐਂਟਰੀ ਦਾ ਲੇਟੈਸਟ ਡਰਾ ਨਿਕਲਿਆ, ਕਿੱਥੇ ਤੱਕ ਸਕੋਰ ਗਏ? ਤਰਨ ਜੀ ਲਾਸਟ ਈਅਰ ਦਾ ਲਾਸਟ ਡਰਾ 2019 ਦਾ 469 ਸੀਗਾ। ਅੱਜ ਉਸ ਤੋਂ 1 ਪੁਆਇੰਟ ਥੱਲੇ ਅਸੀਂ 468 ਤੇ 2020 ਕਲੋਜ਼ ਕਰ ਰਹੇ ਹਾਂ ਜੀ। ਸੋ 1,07,350 ਇਨਵੀਟੇਸ਼ਨਸ ਇਸ ਸਾਲ ਦੇ ਵਿੱਚ ਦਿੱਤੇ ਗਏ ਨੇ ਵਿਚ ਇਜ਼ ਐਨ ਅਮੇਜ਼ਿੰਗ ਨੰਬਰ ਐਂਡ ਇੱਕੋ ਹੀ ਚੀਜ਼ ਕਿ ਜਿਹੜੇ ਦੋਸਤ ਸਾਡੇ ਜਿਨ੍ਹਾਂ ਕੋਲ ਮਾਸਟਰਸ ਹੈਗੀ ਹੈ 30 ਸਾਲ ਤੋਂ ਘੱਟ ਉਮਰ ਹੈਗੀ ਹੈ, ਐਕਸਪੀਰੀਅੰਸ 3 ਸਾਲ ਦਾ ਹੈਗਾ, ਕਿਸੇ ਵੀ ਫੀਲਡ ਦੇ ਹੋਣ, ਟੀਚਰ ਹੋਣ, ਡਾਕਟਰ ਹੋਣ, ਇੰਜੀਨੀਅਰ ਹੋਣ, ਕਾਲਜ ਲੈਕਚਰਰ, ਪ੍ਰੋਫੈਸਰ, ਜਿਓਲੋਜਿਸਟ, ਕਿਸੇ ਵੀ ਫੀਲਡ ਦੇ ਵਿੱਚ ਐਕਸਪੀਰੀਅੰਸ ਹੈਗਾ, ਸੇਲਸ ਐਂਡ ਮਾਰਕੀਟਿੰਗ ਦੀ ਬੈਕਗਰਾਉਂਡ ਹੈਗੀ ਹੈ, ਆਈਲੈਟ ਦਾ ਅੱਛਾ ਸਕੋਰ ਹੈ ਤੇ ਰਾਈਟ ਅਵੇ ਤੁਹਾਡੀ ਐਪਲੀਕੇਸ਼ਨ ਪਰਮਨੈਂਟ ਰੈਜ਼ੀਡੈਂਸੀ ਵਾਸਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਪਿਕ ਹੋ ਸਕਦੀ ਹੈ। ਦਿਸ ਇਜ਼ ਦਾ ਬੈਸਟ ਪ੍ਰੋਗਰਾਮ ਐਜ਼ ਆਫ ਟੁਡੇ। ਬਟ ਜਿਹੜੇ ਦੋ ਸਾਡੇ 30 ਸਾਲ ਕ੍ਰਾਸ ਕਰ ਗਏ ਉਹ ਬਿਨਾਂ ਜੌਬ ਆਫਰ ਦੇ ਉਹਨਾਂ ਦਾ ਕੁਆਲੀਫਾਈ ਹੋਣਾ ਮੁਸ਼ਕਲ ਹੋ ਜਾਏਗਾ। ਸੋ ਇੱਕੋ ਹੀ ਚੀਜ਼ ਕਿ ਜੇ ਤੁਸੀਂ ਐਲੀਜੀਬਲ ਹੈਗੇ ਹੋ, 30 ਸਾਲ ਤੋਂ ਘੱਟ ਹੈਗੇ ਹੋ ਤੇ ਗ੍ਰੈਬ ਦਿਸ ਓਪਰਚੁਨਿਟੀ, ਡੂ ਨਾਟ ਲੈਟ ਦਿਸ ਓਪਰਚੁਨਿਟੀ ਗੋ। ਅਸੈਸਮੈਂਟ ਚਾਹੀਦੀ ਹੈ। ਜੇ ਤੁਹਾਡਾ ਸਕੋਰ ਥੱਲੇ ਬਣ ਰਿਹਾ ਹੈਗਾ, 300 ਤੋਂ ਥੱਲੇ ਹੈ, 350 ਤੋਂ ਥੱਲੇ ਹੈ, ਡੂ ਨਾਟ ਪੁੱਟ ਅਪ ਐਨ ਐਪਲੀਕੇਸ਼ਨ। ਕੋਈ ਫਾਇਦਾ ਨਹੀਂ ਐਪਲੀਕੇਸ਼ਨ ਲਗਾਉਣ ਵਾਸਤੇ ਜਸਟ ਫॉर the sake of putting up an application। ਜੇ ਤੁਹਾਨੂੰ ਕੋਈ ਨਜ਼ਰ ਆ ਰਿਹਾ ਕਿ PNP ਦੇ ਵਿੱਚ ਪਿਕ ਹੋ ਸਕਦਾ, ਕੋਈ ਜੌਬ ਆਫਰ ਮਿਲ ਸਕਦੀ, ਐਬਸੋਲੂਟਲੀ ਗੋ ਦੈਟ ਰੋਡ। ਬਟ ਜਿਨ੍ਹਾਂ ਨੇ ਐਪਲੀਕੇਸ਼ਨ ਪੁੱਟ ਅਪ ਕੀਤੀਆਂ ਹੋਈਆਂ, 400 ਤੋਂ ਥੱਲੇ ਸਕੋਰ ਆ ਜਾਂ 450 ਦਾ ਸਕੋਰ ਆ ਜਾਂ 450 ਸਕੋਰ ਹੈ, ਉਹਨਾਂ ਨੂੰ ਅੱਜ ਵੀ ਰਿਕਮੈਂਡ ਕਰਾਂਗਾ ਗੈਟ ਅ ਜੌਬ ਆਫਰ ਫॉर yourself ਐਂਡ ਜੌਬ ਆਫਰ ਦੇ ਨਾਲ ਤੁਹਾਡੇ ਪਿਕ ਹੋਣ ਦੇ ਚਾਂਸਸ ਰਾਈਟ ਅਵੇ ਬਣ ਜਾਣਗੇ। ਐਂਡ ਇਨਫੋਰਮੇਸ਼ਨ ਚਾਹੀਦੀ ਹੈ, ਅਸੈਸਮੈਂਟ ਦੇ ਵਿੱਚ ਹੈਲਪ ਚਾਹੀਦੀ ਹੈ, ਕਿਸ ਤਰ੍ਹਾਂ ਸਕੋਰਸ ਵੱਧ ਸਕਦੇ ਨੇ, ਉਹਦੇ ਵਾਸਤੇ ਯੂ ਕੈਨ ਆਲਵੇਜ਼ ਰੀਚ ਅਸ ਐਟ info@iccimmigration.ca ਜਾਂ ਫਿਰ ਸਾਡਾ ਫੋਨ ਨੰਬਰ ਹੈਗਾ ਜੀ 9054612424। ਬਿਲਕੁਲ ਸਰ, ਜਿਨ੍ਹਾਂ ਦੇ ਸਮਟਾਈਮਸ ਇਦਾਂ ਹੁੰਦਾ ਹੈ ਕਿ 2-2 ਸਾਲ ਹੋ ਗਿਆ ਕੇਸਿਸ ਲੱਗੇ ਹੋਏ ਨੂੰ, ਸਟਿਲ ਉਹ ਵੇਟ ਕਰਦੇ ਆ ਕਿ ਕੋਈ ਅਪਰੂਵਲ ਜਾਂ ਕੁਝ ਆਏਗਾ, ਬਟ ਅਜੇ ਪੈਂਡਿੰਗ ਡਿਸੀਜਨ ਹੈ ਕਿ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ ਜਾਂ ਕੀ ਕਰਨਾ ਚਾਹੀਦਾ? ਕਿਉਂਕਿ ਬਹੁਤ ਸਾਰੀ ਆਪਾਂ ਨੂੰ ਵੀ ਐਵੇਂ ਦੀਆਂ ਕਾਲਸ ਆਉਂਦੀਆਂ ਨੇ ਕਿ ਸਾਨੂੰ ਇੰਨਾ ਟਾਈਮ ਹੋ ਗਿਆ ਸਾਡਾ ਕੇਸ ਲਗਾਏ ਨੂੰ, ਬਟ ਕੋਈ ਅਜੇ ਅਪਡੇਸ਼ਨ ਨਹੀਂ ਆਈ ਕਿ ਉਹਨਾਂ ਦੇ ਕੇਸਿਸ ਦੇ ਵਿੱਚ ਕੋਈ ਇਹੋ ਜਿਹਾ ਫਾਲਟ ਹੋ ਸਕਦਾ ਹੈ, ਉਹਨਾਂ ਨੂੰ ਇਸ ਦੇ ਬਾਰੇ ਵਿੱਚ ਜਾਣਕਾਰੀ ਲੈਣੀ ਚਾਹੀਦੀ ਆ। ਤਰਨ ਜੀ, ਹਰ ਕੇਸ ਦਾ ਇੱਕ ਪ੍ਰੋਸੈਸਿੰਗ ਟਾਈਮ ਹੈਗਾ, ਰਾਈਟ? ਜੈਸਟੇਸ਼ਨ ਪੀਰੀਅਡ ਅਸੀਂ ਜਿਹਨੂੰ ਕਹਿ ਲੈਂਦੇ ਹਾਂ, ਰਾਈਟ? ਜੇ ਅਸੀਂ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ ਤੇ 6 to 8 months is the normal processing time। ਜੇ ਉਹ ਕੇਸ ਥਰੂ ਹੋਣ ਵਾਲਾ ਹੈਗਾ, ਜੇ ਉਹਨਾਂ ਦੇ ਪੁਆਇੰਟਸ ਕੁਆਲੀਫਾਈ ਦੇ ਨਜ਼ਰ ਆ ਰਹੇ ਨੇ। ਇਸੇ ਤਰ੍ਹਾਂ ਸਪਾਊਜ਼ਲ ਐਪਲੀਕੇਸ਼ਨ ਦਾ ਜਿਹੜਾ ਨਾਰਮਲ ਪ੍ਰੋਸੈਸਿੰਗ ਟਾਈਮ ਹੈ 1 ਸਾਲ ਹੈਗਾ। ਜੇ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਅਸੀਂ ਵਰਕ ਪਰਮਿਟ ਦੀ ਗੱਲ ਕਰੀਏ ਤਕਰੀਬਨ 3 ਤੋਂ 4 ਮਹੀਨੇ ਲੱਗ ਰਹੇ ਨੇ ਡਿਪੈਂਡੈਂਟ ਵਰਕ ਪਰਮਿਟਸ ਤੇ। ਹਰ ਪੀਰੀਅਡ, ਹਰ ਕੇਸ ਦਾ ਇੱਕ ਟਾਈਮ ਹੈਗਾ। ਜੇ ਤੁਹਾਡਾ ਟਾਈਮ
ਬਿਯੋਂਡ ਨਾਰਮਲ ਟਾਈਮਸ ਚਲਾ ਗਿਆ ਹੈਗਾ ਤੇ ਤੁਸੀਂ ਇੱਕ ਕੁਐਰੀ ਪਾ ਸਕਦੇ ਹੋ, ਆਪਣੇ ਕੇਸ ਬਾਰੇ ਅਪਡੇਟ ਲੈ ਸਕਦੇ ਹੈਗੇ ਹੋ। ਜਿਸ ਵੀ ਲਾਇਰ ਦੇ ਜਿਸ ਇਮੀਗ੍ਰੇਸ਼ਨ ਕੰਸਲਟੈਂਟ ਦੇ ਥਰੂ ਕੇਸ ਪੁੱਟ ਅਪ ਕੀਤਾ ਹੈਗਾ ਉਹਨਾਂ ਨੂੰ ਰਿਕੁਐਸਟ ਕਰੋ ਕਿ ਤੁਹਾਡੀ ਅਪਡੇਟਸ ਵਾਸਤੇ ਉਹ ਲੈ ਕੇ ਦੇਣ ਜੀ ਤੁਹਾਨੂੰ। ਇੱਕ ਦਰਸ਼ਕ ਜੁੜ ਗਏ ਨੇ, ਆਪਾਂ ਪਹਿਲਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਵੈਨਕੂਵਰ ਤੋਂ ਬੋਲ ਰਹੀ ਹਾਂ ਜੀ। ਉਹ ਮੇਰੀ ਬੇਟੀ ਦਾ ਸਪਾਊਸਲ ਕੀਤਾ ਹੋਇਆ ਸੀ, ਉਹਦੇ ਉਹ ਤਾਂ ਹੋ ਗਈ ਫਿੰਗਰਪ੍ਰਿੰਟ ਵਗੈਰਾ ਵੀ, ਤੇ ਅੱਗੇ ਉਹ ਜਿਹੜੇ ਐਪਲੀਕੇਸ਼ਨ ਆ ਉਹ ਤੇ ਡਿਸੀਜਨ ਮੇਡ ਲਿਖਿਆ ਹੋਗਾ ਜੀ, ਉਹ ਵੀ ਮੈਡੀਕਲ ਵੀ ਹੋ ਗਿਆ। ਉਹਦਾ ਕੀ ਮਤਲਬ ਆ ਕਿ ਵੀ ਉਹ ਕਲੀਅਰ ਹੋ ਗਿਆ ਕਿ ਹੁਣ ਉਹ ਪਾਸਪੋਰਟ ਲੈਣਗੇ, ਕੀ ਮਤਲਬ ਹੈ ਜੀ ਸਰ ਤੁਸੀਂ ਕੁਝ ਪੁੱਛਣਾ ਜਾਂ ਆਨਸਰ ਦਈਏ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਜੀ ਸਰ ਬਿਲਕੁਲ ਜੀ, ਬਿਕੋਜ਼ ਆਫ ਪੈਂਡੈਮਿਕ ਥਿੰਗਸ ਡਿਲੇਡ ਹੈਗੀਆਂ। ਪਾਸਪੋਰਟ ਉਹਨਾਂ ਨੂੰ ਰਿਕੁਐਸਟ ਕਿਸੇ ਵੀ ਦਿਨ ਆਉਣ ਵਾਲੀ ਹੋਣੀ ਚਾਹੀਦੀ ਹੈ ਜੇ ਡਿਸੀਜਨ ਮੇਡ ਹੋ ਚੁੱਕਾ ਤੇ ਵਿਦਿਨ ਨੈਕਸਟ ਫਿਊ ਵੀਕਸ ਇਹਨਾਂ ਦੇ ਕੋਲ ਪਾਸਪੋਰਟ ਰਿਕੁਐਸਟ ਆਣੀ ਚਾਹੀਦੀ ਹੈ। ਸੋ ਟੂ ਵੇ ਪਾਸਪੋਰਟ ਦੇ ਨਾਲ, ਟੂ ਵੇ ਐਨਵੈਲਪਸ ਦੇ ਨਾਲ ਇਹਨਾਂ ਦਾ ਪਾਸਪੋਰਟ ਸਟੈਂਪ ਹੋ ਕੇ ਵਾਪਸ ਆ ਜਾਏਗਾ। ਜੀ ਸਰ ਤੁਸੀਂ ਦੱਸ ਰਹੇ ਸੀ ਕਿ ਇੱਕ ਲਿਮਿਟਿਡ ਟਾਈਮ ਪੀਰੀਅਡ ਹੁੰਦਾ ਹਰੇਕ ਪ੍ਰੋਸੈਸ ਨੂੰ ਲੈ ਕੇ। ਕਈਆਂ ਦੇ ਜਿਵੇਂ ਕੇਸਿਸ ਜਿਵੇਂ ਕਾਫੀ ਦੇਰ ਤੱਕ ਪੈਂਡਿੰਗ ਪਏ ਹੁੰਦੇ ਆ, ਇਟ ਮੀਨਸ ਕਿ ਉਹਨਾਂ ਨੂੰ ਕਿਸੇ ਕੰਸਲਟੈਂਟ ਦੀ ਸਲਾਹ ਲੈ ਲੈਣੀ ਚਾਹੀਦੀ ਹੈ। 100% ਤਰ੍ਹਾਂ ਜੀ, ਬਿਕੋਜ਼ ਜਦੋਂ ਵੀ ਕੇਸ ਬਿਯੋਂਡ ਨਾਰਮਲ ਟਾਈਮਸ ਚਲੇ ਜਾਂਦਾ ਤੇ ਦੈਟ ਮੀਨਸ देयर आर ਸਮ ਕੰਸਰਨਸ ਇਨ ਦਾ ਐਪਲੀਕੇਸ਼ਨ। ਉਹ ਕੰਸਰਨਸ ਆਫੀਸਰ ਕਿਸੇ ਵੀ ਹੋ ਸਕਦਾ, ਕੋਈ ਕਮਿਊਨੀਕੇਸ਼ਨ ਮਿਸ ਹੋ ਗਈ ਉਹ ਵਿੱਚੋਂ ਤੁਹਾਡੇ ਕੋਲੋਂ, ਜਾਂ ਜੇ ਆਪਣੇ ਆਪ ਫਾਈਲ ਕੀਤਾ ਹੈਗਾ। ਨਾਰਮਲੀ ਕੰਸਲਟੈਂਟਸ ਜਾਂ ਲਾਇਰ ਜਿਹੜੇ ਹੁੰਦੇ ਦੇ ਕੀਪ ਅ ਟਰੈਕ ਆਫ ਯੋਰ ਐਪਲੀਕੇਸ਼ਨ। ਸੋ ਜੇ ਉਹ ਬਿਯੋਂਡ ਨਾਰਮਲ ਟਾਈਮਸ ਚਲਾ ਗਿਆ ਤੇ ਯੂ ਹੈਵ ਟੂ ਆਸਕ them ਕਿ ਕਿੱਥੇ ਖੜਾ ਮੇਰਾ ਕੇਸ, ਐਂਡ ਉਹਦੇ ਤੇ ਅਪਡੇਟਸ ਲਓ। ਆਪਣੇ ਜੇ ਐਮਪੀ ਤੁਹਾਡਾ ਹੈਲਪ ਕਰ ਰਹੇ ਨੇ ਤੇ ਆਪਣੇ ਕੰਸਟੀਟੂਐਂਸੀ ਦੇ ਐਮਪੀ ਨਾਲ ਗੱਲ ਕਰੋ ਐਂਡ ਆਸਕ them ਕਿ ਉਹ, ਬਿਕੋਜ਼ ਐਮਪੀਜ਼ ਵੀ ਕੋਲ ਇੱਕ ਸਪੈਸ਼ਲ ਐਕਸੈਸ ਹੁੰਦਾ ਹੈਗਾ, ਦੇ ਕੈਨ ਆਸਕ ਕਿ ਵਾਟ ਇਜ਼ ਹੈਪਨਿੰਗ ਔਨ ਯੋਰ ਕੇਸ। ਬਿਲਕੁਲ ਸਰ, ਇੱਕ ਜੋ ਲੇਟੈਸਟ ਸਰਵੇ ਆਇਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਟੌਪ 5 ਕੰਟਰੀਜ਼ ਦੀ ਗੱਲ ਕਰੀਏ ਤਾਂ ਇਮੀਗ੍ਰੈਂਟਸ ਦੇ ਲਈ, ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਲਈ ਕੈਨੇਡਾ ਇੱਕ ਵਨ ਆਫ ਦਾ ਬੈਸਟ ਕੰਟਰੀ ਹੈਗਾ ਜਿੱਥੇ ਕਿ ਸਭ ਨੂੰ ਓਪਰਚੁਨਿਟੀਜ਼ ਮਿਲੀਆਂ ਨੇ। ਸੋ 2021 ਦੀ ਗੱਲ ਕਰੀਏ, ਤੁਹਾਨੂੰ ਕੀ ਲੱਗ ਰਿਹਾ 2021 ਦੇ ਵਿੱਚ ਕਿਸ ਤਰੀਕੇ ਨਾਲ ਦੇਖਣ ਨੂੰ ਮਿਲੇਗਾ? ਘੱਟ ਕੇਸਿਸ ਐਕਸੈਪਟ ਹੋਣਗੇ, ਵੱਧ ਹੋਣਗੇ, ਜਾਂ ਕਿਸ ਤਰੀਕੇ ਨਾਲ ਰਹੇਗਾ 2021? ਤਰਨ ਪਹਿਲੀ ਤਾਂ there is no doubt that Canada is one of the best countries and one of the best immigration destinations at this moment. ਅਸੀਂ all across world ਦੀ ਗੱਲ ਕਰ ਰਹੀ ਹੈ, because people are not interested, lot of immigrants are not interested to go to UK ਤਾਂ ਯੂਰਪ ਅੱਜ ਦੀ ਤਰੀਕ ਦੇ ਵਿੱਚ ਇਟਸ ਨਾਟ ਦੈਟ UK ਇਟ ਯੂਜ਼ਡ ਟੂ ਬੀ। ਉਸ ਤੋਂ ਬਾਅਦ ਅਸੀਂ USA ਦੀ ਗੱਲ ਕਰੀਏ, USA ਦੇ ਵਿੱਚ ਬਲੋਕੇजेस ਇੰਨੇ ਲੱਗ ਚੁੱਕੇ ਸੀਗੇ ਕਿ ਹੁਣ ਅਗੇਨ ਦੈਟ ਇਜ਼ ਨਾਟ ਅ ਡੈਸਟੀਨੇਸ਼ਨ ਆਫ ਚੋਇਸ। ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਗੱਲ ਕਰੀਏ, ਕੈਨੇਡਾ ਹੈਜ਼ ਅਮਰਜਡ ਓਵਰਆਲ ਐਜ਼ ਵਨ ਆਫ ਦਾ ਬੈਸਟ ਡੈਸਟੀਨੇਸ਼ਨਸ। ਐਂਡ ਆ ਜਿਹੜਾ ਸਰਵੇ ਆਇਆ ਇਹਦੇ ਵਿੱਚ ਵੀ ਕੈਨੇਡਾ ਪਹਿਲੇ 6ਵੇਂ 7ਵੇਂ ਪੋਜੀਸ਼ਨ ਤੇ ਹੁੰਦਾ ਸੀਗਾ, ਫਸਟ 10 ਦੇ ਵਿੱਚ ਹੁੰਦਾ ਤੇ ਨਾਓ ਇਟ ਇਜ਼ ਇਨ ਫਸਟ 5। ਸੋ ਸਵੀਡਨ, ਫਿਨਲੈਂਡ ਤੋਂ ਬਾਅਦ, ਪੋਰਚੁਗਲ ਤੋਂ ਬਾਅਦ 4th ਇਜ਼ ਕੈਨੇਡਾ ਨਾਓ and 5th is New Zealand now. So yes, there is no doubt lot of opportunities Canada ਦੇ ਵਿੱਚ ਹੈਗੀਆਂ। ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਕਿ ਜੀ ਤੁਹਾਡੇ ਕੋਲ ਬਾਇਸ ਕੋਈ ਨਹੀਂ ਹੈਗਾ, ਕੋਈ ਤੁਹਾਡੇ ਤੇ ਭੇਦਭਾਵ ਨਹੀਂ ਕਰਦੇ। ਐਂਡ ਕੈਨੇਡਾ, ਅਸੀਂ ਨਾਰਮਲੀ ਦੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਅਸੀਂ ਖਬਰਾਂ ਐ ਸੁਣਦੇ ਹਾਂ ਕਿ ਉੱਥੇ ਭੇਦਭਾਵ ਕਾਫੀ ਜ਼ਿਆਦਾ, ਬਟ ਕੈਨੇਡਾ ਦੀ ਗੱਲ ਕਰੀਏ ਐਸ ਸੱਚ ਓਪਨ ਸੋਸਾਇਟੀ ਹੈਗੀ ਹੈ, ਨੋ ਡਿਸਕ੍ਰਿਪੈਂਸੀਜ਼। ਉਸ ਤੋਂ ਬਾਅਦ ਓਪਨਨੈਸ ਟੂ ਡੂ ਬਿਜ਼ਨਸ, ਜੌਬਸ, so and opportunities ਇੰਨੀਆਂ amazing ਹੈਗੀਆਂ। only thing is give Canada a few years and then sky is the limit for you. ਬਿਲਕੁਲ ਜੀ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਵਿਨੀਪੈਗ ਤੋਂ ਬੋਲਦਾ ਜੀ, ਅਮਰੀਕ ਸਿੰਘ ਜੀ। ਦੱਸੋ ਜੀ ਕੀ ਸਵਾਲ ਹੈ? ਇਹ ਮੈਂ ਪੁੱਛਣਾ ਸੀ, ਜਿਹੜੇ ਪੇਰੈਂਟਸ, ਗ੍ਰਾਂਡ ਪੇਰੈਂਟਸ ਦੀਆਂ ਆਪਣੇ ਫਾਈਲਾਂ ਲੱਗੀਆਂ ਸੀ 13 ਅਕਤੂਬਰ ਤੋਂ 3 ਨਵੰਬਰ ਤੱਕ, ਤੇ ਉਹਦਾ ਮੈਂ ਸੁਣਿਆ ਸੀ ਕੁਝ ਲੇਟ ਹੋ ਰਿਹਾ ਜੀ, ਉਹਦੇ ਬਾਰੇ ਥੋੜਾ ਕਲੀਅਰ ਕਰੋ ਜੀ, ਉਹਦਾ ਕੀ ਪ੍ਰੋਸੈਸ ਚੱਲ ਰਿਹਾ ਜੀ ਹੁਣ ਜੀ? ਤੇ ਜਿਹੜਾ ਆਪਣਾ ਪਿੱਛੇ ਜੇ ਪੇਰੈਂਟਸ, ਗ੍ਰਾਂਡ ਪੇਰੈਂਟਸ ਦੀਆਂ ਫਾਈਲਾਂ ਲੱਗੀਆਂ ਸੀ। ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਓਕੇ, ਥੈਂਕ ਯੂ ਜੀ। ਮੈਂ ਆਪਣੀ ਇੱਕ ਸਰਵਰ ਟੀਮ ਨੂੰ ਕਹੂੰਗੀ ਕਿ ਨੈਕਸਟ ਕਾਲ ਵੀ ਜਿਹੜੀ ਉਹ ਫਾਰਵਰਡ ਕਰ ਦਿੱਤੀ ਜਾਵੇ, ਫਿਰ ਨਾਲ ਹੀ ਅਸੀਂ ਬਾਕੀ ਰਿਪਲਾਈਸ ਕਰਦੇ ਹਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਸਰ? ਕਿੱਥੇ ਤੋਂ ਬੋਲ ਰਹੇ ਹਾਂ ਜੀ? ਹਾਂਜੀ ਸਰ, ਦੱਸੋ ਕੀ ਸਵਾਲ ਹੈ? ਸਾਡੀ ਨਾ ਪੇਰੈਂਟਸ ਦੀ ਫਾਈਲ ਲੱਗੀ ਸੀਗੀ, ਤੇ ਉਹ ਪਿਛਲੇ ਹਫ਼ਤੇ ਸਾਡੀ 2 ਫੈਮਿਲੀ ਮੈਂਬਰ ਲੱਗੀ ਸੀ, ਤੇ ਇੱਕ ਤਾਂ ਸਾਡੀ ਆ ਗਈ, ਇੱਕ ਵੀ ਨਹੀਂ ਆਈ ਸਾਡੀ। ਉਹਦਾ ਕੀ ਪਤਾ ਕਰਨਾ ਵੀ ਸਾਡੇ ਫਿੰਗਰਪ੍ਰਿੰਟ ਵੀ ਹੋ ਗਏ, ਮੈਡੀਕਲ ਵੀ ਹੋ ਗਿਆ, ਕੀ ਪੋਜੀਸ਼ਨ ਆ ਜੀ? ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਦੋਗੇ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਪੇਰੈਂਟਸ ਦੀ ਪਹਿਲਾਂ ਜਿਹੜੀ ਐਪਲੀਕੇਸ਼ਨ ਦੀ ਆਪਾਂ ਗੱਲ ਕਰ ਲਈਏ, ਲੇਟੈਸਟ ਜਿਹੜਾ ਹੁਣੇ ਕਿਹਾ ਗਿਆ ਸੀਗਾ ਕਿ ਆਪਾਂ ਐਪਲੀਕੇਸ਼ਨ ਸਕੂਲ 'ਚ ਪਾ ਸਕਦੇ ਹਾਂ, ਅਜੇ ਤੱਕ ਡਰਾ ਨਹੀਂ ਨਿਕਲਿਆ।
ਤਰਨ ਐਕਸਪੈਕਟਡ ਸੀਗਾ ਕਿ ਦਸੰਬਰ ਦੇ ਮੰਥ ਦੇ ਵਿੱਚ ਡਰਾ ਹੋਏਗਾ। ਸੋ ਹੋਇਆ ਕਿ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਬਾਰ-ਬਾਰ ਕਹਿੰਦਾ ਰਿਹਾ ਕਿ ਓਨਲੀ ਪੁੱਟ ਵਨ ਐਪਲੀਕੇਸ਼ਨ ਫॉर योर पेरेंट्स, ਰਾਈਟ। ਲੋਕਾਂ ਨੇ ਇੱਕ ਐਪਲੀਕੇਸ਼ਨ ਦੀ ਜਗ੍ਹਾ ਮਲਟੀਪਲ ਐਪਲੀਕੇਸ਼ਨਸ ਪਾਈਆਂ ਹੈਗੀਆਂ। ਸੋ ਉਹਦੇ ਕਰਕੇ ਹੁਣ ਕੌਂਬਿੰਗ ਚੱਲ ਰਹੀ ਹੈਗੀ ਹੈ ਬਿਕੋਜ਼ ਦੇ ਵਾਂਟ ਟੂ ਵੀਡ ਆਊਟ ਮਲਟੀਪਲ ਐਪਲੀਕੇਸ਼ਨਸ ਜਿਹੜੀਆਂ ਪਈਆਂ ਹੈਗੀਆਂ। ਸੋ ਉਸ ਵੀਡ ਦੇ ਵਿੱਚ ਐਂਡ ਇਸ ਟਾਈਮ ਤੇ ਬਿਕੋਜ਼ ਆਫ ਕੋਵਿਡ, ਬਿਕੋਜ਼ ਆਫ ਪੈਂਡੈਮਿਕ, ਇਸ ਟਾਈਮ ਤੇ ਸਟਾਫ ਦੀ ਵੀ ਘਾਟ ਹੈਗੀ ਹੈ। ਸੋ ਦੈਟ ਇਜ਼ ਦ ਵਨ ਰੀਜ਼ਨ ਕਿ ਇਸ ਸਾਲ ਦਾ ਡਰਾ ਹੁਣ ਨਹੀਂ ਹੋ ਪਾ ਰਿਹਾ। ਇਹ ਜਾ ਕੇ ਹੁਣ ਮਾਰਚ ਅਪ੍ਰੈਲ ਦੇ ਵਿੱਚ ਐਕਸਪੈਕਟ ਕਰਾਂਗੇ ਵੀ ਵਿਲ ਹੈਵ ਅ ਡਰਾ ਇਨ ਮਾਰਚ ਐਂਡ ਅਪ੍ਰੈਲ ਫॉर 2020। ਹੁਣ ਇਹਦੇ ਨਾਲ ਅੱਗੇ ਇੰਪੈਕਟ ਕੀ ਹੋਏਗਾ ਤਰਨ ਕਿ ਅਗਲੇ ਸਾਲ ਦਾ, ਇਸ ਸਾਲ ਦਾ ਕੋਟਾ ਸੀਗਾ 10,000 ਐਪਲੀਕੇਸ਼ਨਸ ਦਾ। ਇਹ ਅਸੀਂ ਲੋਕੀ ਆਪਣੇ ਆਪ ਚੀਜ਼ਾਂ ਡਿਲੇ ਕਰਾਉਂਦੇ ਹੈਗੇ ਨੇ। ਜਦੋਂ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਬਾਰ-ਬਾਰ ਕਹਿ ਰਹੀ ਹੈ ਕਿ ਵਨ ਐਪਲੀਕੇਸ਼ਨ ਇਜ਼ ਗੁੱਡ ਇਨਫ, ਡੂ ਨਾਟ ਪੁੱਟ ਮਲਟੀਪਲ ਐਪਲੀਕੇਸ਼ਨਸ, ਫਿਰ ਮਲਟੀਪਲ ਐਪਲੀਕੇਸ਼ਨਸ ਪਾਉਣ ਦੀ ਕੀ ਲੋੜ ਹੈਗੀ ਹੈ। ਤੁਸੀਂ ਆਪਣੇ ਵਾਸਤੇ ਡਿਲੇ ਨਹੀਂ ਕਰਦੇ, ਤੁਸੀਂ ਬਾਕੀਆਂ ਵਾਸਤੇ ਵੀ ਡਿਲੇ ਕ੍ਰੀਏਟ ਕਰਦੇ ਹੈਗੇ ਹੋ। ਸੋ ਹੁਣ ਅੱਗੇ ਜਾ ਕੇ 2021 ਦਾ ਜਿਹੜਾ ਟਾਰਗੇਟ ਉਹ 3 ਟਾਈਮਸ ਹੈਗਾ ਤਰਨ, ਉਹ 30,000 ਐਪਲੀਕੇਸ਼ਨਸ ਐਕਸਪੈਕਟਡ ਹੈਗੀਆਂ 2021 ਦੇ ਵਿੱਚ। ਸੋ ਉਹ ਜਾ ਕੇ ਮਾਰਚ ਅਪ੍ਰੈਲ ਤੋਂ ਬਾਅਦ ਹੁਣ ਐਪਲੀਕੇਸ਼ਨਸ ਐਕਸੈਪਟ ਕੀਤੀਆਂ ਜਾਣਗੀਆਂ। ਡਰਾ ਵੀ ਥੋੜਾ ਜਿਹਾ ਲੇਟ ਹੋਏਗਾ ਉਦੋਂ ਤੋਂ। ਤੇ ਸਰ ਜਿਵੇਂ ਹੁਣ ਤੁਸੀਂ 2021 ਦਾ ਡਰਾ ਕਦੋਂ ਜਾ ਕੇ ਆਏਗਾ? ਜੇ 2021 ਦੇ ਵਿੱਚ 2020 ਦਾ ਡਰਾ ਆ ਰਿਹਾ ਤੇ ਮਾਰਚ ਅਪ੍ਰੈਲ ਤੋਂ ਬਾਅਦ ਬਿਲਕੁਲ ਜੀ। ਇਸ ਤੋਂ ਬਾਅਦ ਨੈਕਸਟ ਵੀ ਜਿਨ੍ਹਾਂ ਨੇ ਕਾਲ ਕੀਤੀ ਸੀ ਕਿਚਨਰ ਤੋਂ ਕਿ ਉਹ ਕਹਿੰਦੇ ਇੱਕ ਦੀ ਫਾਈਲ ਦਾ ਆ ਚੁੱਕਿਆ ਵਾ, ਦੂਸਰੀ ਦੀ ਫਾਈਲ ਦਾ ਪੇਰੈਂਟਸ ਦਾ ਅਜੇ ਤੱਕ ਆਇਆ ਨਹੀਂ। ਇਸ ਸਿਸਟਮ ਦੇ ਵਿੱਚ ਬਿਕੋਜ਼ ਆਫ ਕਰੰਟ ਸਰਕਮਸਟੈਂਸਸ, ਕਰੰਟ ਹਾਲਾਤਾਂ ਦੀ ਡਿਲੇ ਚੱਲ ਰਹੀ ਹੈ ਜੀ। ਦੈਟ ਇਜ਼ ਅ ਰੀਜ਼ਨ ਡਿਲੇ ਹੈਗੀ। ਅਦਰਵਾਈਜ਼ ਜੇ ਸਾਰਾ ਕੁਝ ਹੋ ਚੁੱਕਾ, ਐਵਰੀਥਿੰਗ ਇਜ਼ ਇਨ ਆਰਡਰ, ਤੇ ਵੈਰੀ ਸ਼ਾਰਟਲੀ ਯੂ ਵਿਲ ਹੀਅਰ ਦਾ ਗੈਟ ਦ ਪਾਸਪੋਰਟ ਰਿਕੁਐਸਟ। ਸਰ ਓਪਰਚੁਨਿਟੀਜ਼ ਦੀ ਵੀ ਗੱਲ ਕਰਾਂਗੇ, ਪਰ 2020 ਦੇ ਵਿੱਚ ਆਪਾਂ ਦੇਖਿਆ ਸੀ ਕਿ ਕਈ ਜਿਹੜੀਆਂ ਓਪਰਚੁਨਿਟੀਜ਼ ਕਾਫੀ ਨਿਕਲੀਆਂ ਨੇ। ਪੀਐਨਪੀ ਦੀ ਅਸੀਂ ਗੱਲ ਕਰ ਲਈਏ, ਹਰ ਕੈਟਾਗਰੀ ਦੇ ਜ਼ਰੀਏ ਜਿਹੜਾ ਇਮੀਗ੍ਰੈਂਟਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹੜੇ ਇੱਥੇ ਹੈਗੇ ਨੇ ਉਹਨਾਂ ਨੂੰ ਓਪਰਚੁਨਿਟੀ ਦਿੱਤੀ ਗਈ ਆ। ਸੋ ਪੀਐਨਪੀਜ਼ ਦੇ ਮਾਮਲੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ 2020 ਕਿਵੇਂ ਦਾ ਰਿਹਾ? ਤਰਨ ਜੀ 2020 ਦੇ ਵਿੱਚ ਟੋਟਲ 61,000 ਦਾ ਕੋਟਾ ਸੀਗਾ। ਇੱਕ ਟਾਰਗੇਟ ਸੈੱਟ ਕੀਤਾ ਗਿਆ ਸੀਗਾ ਕਿ ਆਲ ਅਕ੍ਰੋਸ ਕੈਨੇਡਾ ਅੰਡਰ ਵੇਰੀਅਸ ਪੀਐਨਪੀਜ਼ 61,000 ਐਪਲੀਕੇਸ਼ਨਸ ਐਕਸੈਪਟ ਹੋਣਗੀਆਂ। ਜਿਹੜਾ ਕੈਨੇਡਾ ਦਾ ਓਨਟਾਰੀਓ ਦਾ ਕੋਟਾ ਸੀਗਾ ਤਕਰੀਬਨ 7600 ਐਪਲੀਕੇਸ਼ਨਸ ਦਾ ਸੀਗੀਆਂ, ਬਟ ਉਹ ਅਗੇਨ 400 ਐਕਸਟਰਾ ਮਿਲ ਗਈਆਂ ਸੀਗੀਆਂ। ਟੋਟਲ ਐਪਲੀਕੇਸ਼ਨ ਜਿਹੜੀਆਂ 2020 ਦੇ ਵਿੱਚ ਓਨਟਾਰੀਓ ਨੇ ਐਕਸੈਪਟ ਕੀਤੀਆਂ ਹੈਗੀਆਂ ਉਹ ਹੈਗੀਆਂ 8,050 ਐਪਲੀਕੇਸ਼ਨਸ, ਵਿਚ ਇਜ਼ ਅ ਵੈਰੀ ਵੈਰੀ ਗੁੱਡ ਨੰਬਰ। ਹੁਣ ਇਸ ਨੰਬਰ ਦੇ ਵਿੱਚ ਸਟੂਡੈਂਟਸ ਵੀ ਹੈਗੇ ਨੇ ਤਕਰੀਬਨ 2,2500 ਦੇ ਆਸ-ਪਾਸ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਨੇ EMPLOYER ਨੂੰ ਸਪੋਰਟ ਕੀਤਾ, ਉਹ ਵੀ ਐਪਲੀਕੇਸ਼ਨਸ ਹੈਗੀਆਂ ਇਹਨਾਂ ਦੇ ਵਿੱਚ। ਤੇ ਉਹਦੇ ਨਾਲ ਅਸੀਂ ਟਰੱਕ ਡਰਾਈਵਰਸ ਦੀ ਗੱਲ ਕਰੀਏ, ਨਰਸਿਸ ਦੀ ਗੱਲ ਕਰੀਏ, ਜਿਹੜੇ ਹੈਲਥ ਸੈਕਟਰ ਦੇ ਵਿੱਚ ਕੰਮ ਕਰ ਰਹੇ ਨੇ, ਕੰਸਟਰਕਸ਼ਨ ਵਰਕਰਸ ਦੇ ਵਿੱਚ ਹੈਗੇ ਨੇ, ਆਕੂਪੇਸ਼ਨ ਇਨ ਡਿਮਾਂਡ ਦੇ ਵਿੱਚ ਹੈਗੇ ਨੇ, ਉਹ ਵੀ ਐਪਲੀਕੇਸ਼ਨਸ ਹੈਗੀਆਂ, ਇਨਵੈਸਟਰਸ ਦੀਆਂ ਵੀ ਹੈਗੀਆਂ। ਸੋ ਸਾਰੀਆਂ ਐਪਲੀਕੇਸ਼ਨਸ ਮਿਲਾ ਕੇ 8,050 ਇਨਵੀਟੇਸ਼ਨਸ ਦਿੱਤੇ ਗਏ ਨੇ। ਇਹਦੇ ਬਾਰੇ ਗੱਲ ਕਰਾਂਗੇ ਜੀ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ ਹਾਂਜੀ, ਉਹ ਤਰਨ ਜੀ, ਉਹ ਜਿਹੜਾ ਮਲਟੀਪਲ ਐਪਲੀਕੇਸ਼ਨ ਲਾਈਆਂ ਨੇ ਉਹਦਾ ਹੋਰ ਕਲੀਅਰ ਕਰੋ ਜੀ, ਉਹ ਨਹੀਂ ਸਮਝ ਆਇਆ ਜੀ ਸਾਡੇ। ਮਲਟੀਪਲ ਐਪਲੀਕੇਸ਼ਨਸ ਪੇਰੈਂਟਸ ਦੀਆਂ ਤੁਸੀਂ ਗੱਲ ਕਰ ਰਹੇ ਹੋ ਜੀ? ਹਾਂਜੀ, ਜਿਹੜਾ ਹੁਣੇ ਤੁਸੀਂ ਦੱਤਾ ਜੀ ਨੇ ਦੱਸਿਆ ਨਾ, ਜਿਹੜੇ ਵੀ ਪੇਰੈਂਟਸ ਦੇ ਮਲਟੀਪਲ ਐਪਲੀਕੇਸ਼ਨ ਲਾ ਕੇ ਉਹਦੇ ਕਰਕੇ ਉਹਦਾ ਜਰਾ ਕਲੀਅਰ ਕਰੋ ਜੀ, ਉਹ ਕੀ ਮੈਟਰ ਹੈ ਜੀ ਉਹ? ਜੀ ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਜੀ ਸਰ, ਮਲਟੀਪਲ ਐਪਲੀਕੇਸ਼ਨਸ ਦੀ ਬਾਰੇ ਡਿਟੇਲ ਚ ਜਾਣਨਾ ਚਾਹੁੰਦੇ ਨੇ। ਮਲਟੀਪਲ ਐਪਲੀਕੇਸ਼ਨ ਜੀ, ਜੇ ਮੈਂ ਆਪਣੇ ਪੇਰੈਂਟਸ ਦੀ ਐਪਲੀਕੇਸ਼ਨ ਲਗਾਣੀ ਹੈ ਤੇ ਇੱਕੋ ਐਪਲੀਕੇਸ਼ਨ ਇਜ਼ ਗੁੱਡ ਇਨਫ। ਜੇ ਮੈਂ 2 ਲਗਾਉਣਾ ਹੈਗਾ ਤੇ ਮੈਂ ਮਲਟੀਪਲ ਐਪਲੀਕੇਸ਼ਨਸ ਆਪਣੇ ਵਾਸਤੇ ਕ੍ਰੀਏਟ ਕਰ ਰਿਹਾ। ਸਿਸਟਮ ਨੇ ਕਿਹਾ ਸੀਗਾ, ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਵੀ ਅਨਾਉਂਸਮੈਂਟਸ ਆਈਆਂ ਸੀ, ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਵੱਲੋਂ ਵੀ ਆਈਆਂ ਸੀਗੀਆਂ ਕਿ ਇੱਕ ਐਪਲੀਕੇਸ਼ਨ ਹੀ ਲਗਾਓ ਆਪਣੇ ਪੇਰੈਂਟਸ ਵਾਸਤੇ। 2, 5, 7, 10 ਐਪਲੀਕੇਸ਼ਨ ਲਗਾਉਣ ਦੀ ਲੋੜ ਨਹੀਂ ਹੈਗੀ। ਉਹਦੇ ਨਾਲ ਚਾਂਸਸ ਨਹੀਂ ਵਧਣਗੇ, ਬਟ ਉਹਨੂੰ ਪੁੱਲ ਆਊਟ ਕਰਨ ਵਾਸਤੇ, ਉਹ ਡਾਟਾ ਕਲੀਨ ਕਰਨ ਵਾਸਤੇ ਹੁਣ ਟਾਈਮ ਲੱਗ ਰਿਹਾ। ਬਿਲਕੁਲ ਜੀ, ਇੱਕ ਪਰਸਨ ਦੇ ਬੰਨੀ ਮਤਲਬ ਕਿ 3-3, 4-4 ਵਾਰੀ ਆਪਣੇ ਪੇਰੈਂਟਸ ਦਾ ਅਪਲਾਈ ਕਰ ਦਿੱਤਾ ਗਿਆ, ਤਾਂ ਕਰਕੇ ਜਿਹੜਾ ਇਸ ਵਕਤ ਡਿਲੇ ਹੋ ਰਿਹਾ ਪ੍ਰੋਸੈਸ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਨਜੀਤ ਸਿੰਘ ਬੋਲ ਰਿਹਾ ਜੀ, ਮੈਂ ਵੈਨਕੂਵਰ ਤੋਂ। ਜੀ ਮਨਜੀਤ ਜੀ, ਕੀ ਸਵਾਲ ਹੈ? ਹਾਂਜੀ, ਸਵਾਲ ਇਹ ਹੈ ਜੀ, ਮੇਰਾ ਜਿੱਦਾਂ 3 ਮਹੀਨੇ ਹੋ ਗਏ ਅਪਲਾਈ ਕੀਤੇ ਵਰਕ ਪਰਮਿਟ ਨੂੰ, ਤੇ ਹੁਣ ਮੇਰਾ ਜਨਵਰੀ ਦੇ ਵਿੱਚ ਖਤਮ ਹੋ ਰਿਹਾ ਹੈ ਨਾ, ਤੇ ਉਹਦੇ ਲਈ ਚਲੋ ਉਹ ਤਾਂ ਆ ਜਾਏਗਾ। ਮੇਰੀ ਫੈਮਿਲੀ ਇੱਥੇ ਆ, 2 ਬੱਚੇ ਆ, ਤੇ ਵਾਈਫ ਦਾ, ਉਹਨਾਂ ਦਾ ਵੀ ਗਾਂ ਫਿਰ ਐਕਸਟੈਂਡ ਕਰਾਉਣਾ ਪਵੇਗਾ ਜਾਂ ਇਹ ਮੇਰੇ ਬਿਹਾਫ ਤੇ ਹੋ ਜਾਏਗਾ ਜਿਹੜੀ ਮੇਰੀ ਵਰਕ ਪਰਮਿਟ, ਕਿਉਂਕਿ ਡਿਪੈਂਡ ਆਏ ਵੇ ਆ ਉਹ ਇੱਥੇ ਕੈਨੇਡਾ 'ਚ। ਜੀ ਸਰ, ਕੁਝ ਪੁੱਛਣਾ ਹੈ ਆਨਸਰ ਦੇਈਏ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਰ। ਤਰਨ ਜੀ, ਇਹਨਾਂ ਦਾ ਜੇ ਡਿਪੈਂਡੈਂਟ ਐਪਲੀਕੇਸ਼ਨ ਤੇ ਹੈਗੇ, ਆਪਾਂ ਇਹਨਾਂ ਦਾ ਰਿਪਲਾਈ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ ਹੋਰ। ਤਰਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਦੱਤਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦਵਿੰਦਰ ਸਿੰਘ ਮਿਸ਼ੀਗਨ ਤੋਂ ਕਾਲ ਕਰ ਰਿਹਾ ਜੀ। ਜੀ ਦਵਿੰਦਰ ਜੀ, ਦੱਸੋ ਕੀ ਸਵਾਲ ਹੈ?
ਸਵਾਲ ਮੇਰਾ ਹੈ ਅੱਜ ਦੱਤਾ ਸਾਹਿਬ ਨੂੰ ਕਿ ਮੇਰਾ ਬ੍ਰਦਰ ਲਾ ਰਹਿੰਦਾ ਇੰਡੀਆ ਤੇ ਉਹਨਾਂ ਦੀ 42-44 ਸਾਲ ਦੀ ਉਮਰ ਆ ਤੇ 2 ਬੱਚੇ ਆ ਉਹਨਾਂ ਦੇ ਮੈਰਿਡ ਆ ਤੇ ਉਹਨਾਂ ਦੀ ਸਿਸਟਰ ਇੱਥੇ ਰਹਿੰਦੀ ਆ ਕੈਨੇਡਾ ਹਨਾ ਮੇਰੀ ਸਿਸਟਰ ਇਨ ਲਾ ਜੀ ਉਹ ਸਿਟੀਜ਼ਨ ਹੈ ਇੱਥੇ ਤੇ ਕਿਸੇ ਢੰਗ 'ਚ ਉਹਨਾਂ ਦਾ ਅਪਲਾਈ ਹੋ ਸਕਦਾ ਜੀ ਬੁਲਾ ਸਕਦੇ ਇਹਨਾਂ ਨੂੰ ਆਪਾਂ ਕੈਨੇਡਾ ਕਰਦੇ ਕੀ ਨੇ ਜੀ ਐਜੂਕੇਸ਼ਨ ਕੀ ਐਕਸਪੀਰੀਅੰਸ ਕੀ ਹੈਗਾ ਜੀ ਉਹ ਤਾਂ ਜੀ 10-12 ਪੜ੍ਹਿਆ ਹੋਇਆ ਤੇ ਪਰਫਿਊਮ ਦੀ ਦੁਕਾਨ ਆ ਵੀ ਆਪਣੇ ਕਰਿਆਨੇ ਦੀ ਨੂੰ ਕਹਿ ਦਿੰਦੇ ਆਪਾਂ ਆਇਲਸ ਵਗੈਰਾ ਦਾ ਤਾਂ ਨਹੀਂ ਉਹਨਾਂ ਨੇ ਅਜੇ ਕੁਝ ਕੀਤਾ ਨਹੀਂ ਜੀ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਦਰਸ਼ਕ ਹੋਰ ਜੁੜ ਗਏ ਨੇ ਪਹਿਲਾਂ ਉਹਨਾਂ ਦਾ ਵੀ ਇਸੇ ਸਵਾਲ ਦਾ ਜਵਾਬ ਲੈ ਲਈਏ ਹੈਲੋ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਆਰਮੀ ਬੋਰਡਰੀ ਤੋਂ ਮੈਂ ਤੋਂ ਗੱਲ ਪੁੱਛ ਰਹੀ ਸੀ ਜੀ ਸਰ ਮੇਰੇ ਮਦਰ ਦਾ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਤੇ ਉਹਨਾਂ ਨੇ ਇੰਡੀਆ ਤੋਂ ਨੈਕਸਟ ਮੰਥ ਆਣਾ ਤੁਹਾਨੂੰ ਕੋਈ ਆਥੋਰਾਈਜ਼ੇਸ਼ਨ ਲੈਟਰ ਆਈਐਸਸੀ ਤੋਂ ਲੈਣੀ ਜ਼ਰੂਰੀ ਹੈ ਜਾਂ ਇਮੀਡੀਏਟ ਫੈਮਿਲੀ ਨੂੰ ਕੋਈ ਜ਼ਰੂਰੀ ਨਹੀਂ ਹੈਗੀ ਆਈਐਸਐਲਸੀ ਤੋਂ ਆਥੋਰਾਈਜ਼ੇਸ਼ਨ ਲੈਟਰ ਜੀ ਸਰ ਕੁਝ ਪੁੱਛਣਾ ਜਾਂ ਆਨਸਰ ਦੇਈਏ ਉਹਨਾਂ ਕੋਲ ਵਿਜ਼ਿਟ ਵੀਜ਼ਾ ਹੈਗਾ ਰਾਈਟ ਵਿਜ਼ਟਰ ਵੀਜ਼ਾ ਤੇ ਮੈਂ ਪੀਆਰ ਇੱਥੇ ਤੇ ਉਹਨਾਂ ਨੇ ਮੇਰੀ ਇਮੀਡੀਏਟ ਫੈਮਿਲੀ ਮਦਰ ਨੇ ਆਣਾ ਠੀਕ ਹੈ ਜੀ ਉਹਨਾਂ ਨੂੰ ਵੀ ਆਥੋਰਾਈਜ਼ੇਸ਼ਨ ਲੈਟਰ ਲੈਣੀ ਪਏਗੀ ਜਾਂ ਇਮੀਡੀਏਟ ਫੈਮਿਲੀ ਨੂੰ ਨਹੀਂ ਲੈਣੀ ਪੈਂਦੀ ਸਿਰਫ ਆਪਣਾ ਪੀਆਰ ਕਾਰਡ ਜਾਂ ਬਰਥ ਸਰਟੀਫਿਕੇਟ ਭੇਜ ਦਿਆਂ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਰ ਪਹਿਲਾਂ ਮਨਜੀਤ ਸਿੰਘ ਜੀ ਦਾ ਸਵਾਲ ਆਇਆ ਸੀ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਤੇ ਫੈਮਿਲੀ ਦਾ ਵੀ ਜਿਹੜੇ ਡਿਪੈਂਡੈਂਟ ਵੀਜ਼ਾ ਤੇ ਨੇ ਉਹਨਾਂ ਦਾ ਕਿਵੇਂ ਕੀਤਾ ਜਾਵੇ ਸਰ ਜੀ ਜਦੋਂ ਇਹਨਾਂ ਦਾ ਵੀਜ਼ਾ ਆ ਜਾਏਗਾ ਤੇ ਡਿਪੈਂਡੈਂਟ ਵੀਜ਼ਾ ਇਹਨਾਂ ਦੀ ਬੇਸਿਕਲੀ ਐਪਲੀਕੇਸ਼ਨ ਨਾਲ ਹੀ ਜਾ ਸਕਦੀ ਸੀ ਫੈਮਿਲੀ ਦੀ ਵੀ ਜੇ ਇਹਨਾਂ ਦਾ ਨਵਾਂ LMI ਆ ਚੁੱਕਾ ਸੀਗਾ ਸੋ ਅੱਜ ਦੀ ਤਰੀਕ ਦੇ ਵਿੱਚ ਹੁਣ ਇਹਨਾਂ ਨੇ ਐਪਲੀਕੇਸ਼ਨ ਪੁੱਟ ਅਪ ਨਹੀਂ ਕੀਤੀ ਹੁਣ ਆਪਣੇ ਵੀਜ਼ੇ ਦੀ ਵੇਟ ਕਰਨ ਜੀ ਐਂਡ ਆਪਣੇ ਵੀਜ਼ੇ ਆਉਣ ਤੋਂ ਬਾਅਦ ਫਿਰ ਐਕਸਟੈਂਸ਼ਨ ਇਹਨਾਂ ਦੀ ਫੈਮਿਲੀ ਦੀ ਵੀ ਪਾਣੀ ਪਏਗੀ ਜੀ ਪਾਣੀ ਪਏਗੀ ਮਤਲਬ ਆਪਣੇ ਆਪ ਨਹੀਂ ਹੋਏਗੀ ਜੀ ਇਸ ਤੋਂ ਬਾਅਦ ਦਵਿੰਦਰ ਸਿੰਘ ਜੀ ਨੇ ਪੁੱਛਿਆ ਸੀ ਕਿ ਉਹਨਾਂ ਨੇ ਆਪਣੇ ਬ੍ਰਦਰ ਇਨ ਲਾ ਲਈ ਕੋਈ ਸਕੋਪ ਪੁੱਛਿਆ ਸੀ ਕੈਨੇਡਾ ਦੇ ਵਿੱਚ ਹਾਂਜੀ ਬਿਲਕੁਲ ਦੇਖੋ ਅੱਜ ਦੀ ਤਰੀਕ ਦੇ ਵਿੱਚ ਕੈਟੇਗਰੀ ਬੇਇੰਤਹਾ ਐਗਜ਼ਿਸਟ ਕਰਦੀ ਹੈ ਅਸੀਂ PNP ਦੀ ਗੱਲ ਕਰ ਲਈਏ ਅਸੀਂ ਇਨਵੈਸਟਰ ਦੀ ਗੱਲ ਕਰ ਲਈਏ ਅਸੀਂ ਓਨਰ ਆਪਰੇਟਰ ਦੀ ਗੱਲ ਕਰ ਲਈਏ ਸੋ ਓਪਰਚੁਨਿਟੀਜ਼ ਬਹੁਤ ਸਾਰੀਆਂ ਹੈਗੀਆਂ ਸੋ ਜੇ ਉਹ ਇੱਥੇ ਆ ਕੇ ਕੋਈ ਬਿਜ਼ਨਸ ਬਾਏ ਕਰਦੇ ਨੇ ਤੇ ਉਹਦੇ ਬੇਸ ਦੇ ਉੱਤੇ ਉਹਨਾਂ ਦਾ LMIA ਹੋ ਸਕਦਾ ਹੈਗਾ ਬਟ ਪੱਕੇ ਹੋਣ ਵਾਸਤੇ ਉਹਨਾਂ ਨੂੰ ਆਈਲੈਟਸ ਕਰਨਾ ਹੀ ਪਏਗਾ ਆਈਲੈਟਸ ਤੋਂ ਬਿਨਾ ਉਹਨਾਂ ਦਾ PR ਨਹੀਂ ਹੋਏਗਾ ਕੁਝ ਪ੍ਰੋਵਿੰਸਸ ਹੈਗੇ ਨੇ ਜਿਸ ਤਰ੍ਹਾਂ ਐਟਲਾਂਟਿਕ ਦੀ ਅਸੀਂ ਗੱਲ ਕਰ ਲੈਂਦੇ ਹਾਂ ਨੋਵਾ ਸਕੋਸ਼ੀਆ ਨਿਊ ਬ੍ਰਾਂਸਵਿਕ ਨਿਊ ਫਾਊਂਡਲੈਂਡ ਲੈਬਰਾਡੋਰ ਇਹ ਇਹੋ ਜਿਹੇ ਪ੍ਰੋਵਿੰਸਸ ਹੈਗੇ ਨੇ ਉੱਥੇ ਆ ਕੇ ਬਿਜ਼ਨਸ ਬਾਏ ਕਰਨ ਸਾਲ 2 ਸਾਲ ਰਨ ਕਰਨ ਉਸ ਤੋਂ ਬਾਅਦ 5.5 ਬੈਂਡ ਦੇ ਨਾਲ ਵੀ ਉਹਨਾਂ ਦੀ PR ਪੋਸੀਬਲ ਹੋ ਸਕਦੀ ਹੈਗੀ ਜੇ ਉਹਨਾਂ ਦਾ ਬਿਜ਼ਨਸ ਐਕਸਪੈਂਸ਼ਨ ਠੀਕ ਰਹਿੰਦੀ ਹੈਗੀ ਸੋ ਓਪਰਚੁਨਿਟੀਜ਼ ਬਹੁਤ ਸਾਰੀਆਂ ਹੈਗੀਆਂ ਤਾਂ ਮੈਂ ਇੱਕ ਚੀਜ਼ ਇੱਥੇ ਹੋਰ ਹਾਈਲਾਈਟ ਕਰਨਾ ਚਾਹਾਂਗਾ ਅੱਜ ਦੀ ਤਰੀਕ ਦੇ ਵਿੱਚ ਕੈਨੇਡਾ ਦੇ ਵਿੱਚ ਜਿੰਨੇ ਸਾਰੇ ਪ੍ਰੋਗਰਾਮਸ ਚੱਲ ਰਹੇ ਨੇ ਅਸੀਂ ਐਕਸਪ੍ਰੈਸ ਐਂਟਰੀ ਦੀ ਗੱਲ ਕਰ ਲਈਏ ਬਿਜ਼ਨਸ ਦੀ ਗੱਲ ਕਰ ਲਈਏ PNPs ਦੀ ਗੱਲ ਕਰ ਲਈਏ ਓਪਰਚੁਨਿਟੀਜ਼ ਬਹੁਤ ਸਾਰੀਆਂ ਹੈਗੀਆਂ ਬਟ ਤੁਸੀਂ ਦੇਖਣਾ ਹੈਗਾ ਕਿ ਤੁਸੀਂ ਕਿਹੜੀ ਓਪਰਚੁਨਿਟੀ ਦੇ ਵਿੱਚ ਕਿ ਤੁਸੀਂ ਇਨਵੈਸਟਮੈਂਟ ਕਿਸ ਤਰ੍ਹਾਂ ਕਰ ਸਕਦੇ ਹੋ ਤੁਹਾਡੇ ਕੋਲ ਜੌਬ ਆਫਰ ਕਿਸ ਤਰ੍ਹਾਂ ਆ ਸਕਦੀ ਸੋ ਓਪਰਚੁਨਿਟੀਜ਼ ਬੇਇੰਤਹਾ ਹੈਗੀਆਂ ਬਟ ਕਿਹੜੀ ਓਪਰਚੁਨਿਟੀ ਤੁਹਾਡੇ ਵਾਸਤੇ ਵਰਕ ਕਰੇਗੀ ਉਹ ਆਪਣੇ ਕੰਸਲਟੈਂਟ ਲਾਇਰ ਨਾਲ ਸਲਾਹ ਲੈ ਕੇ ਤੁਸੀਂ ਡਿਸਕਸ ਕਰ ਸਕਦੇ ਹੋ ਜੀ ਬਿਲਕੁਲ ਇਸ ਤੋਂ ਬਾਅਦ ਇੱਕ ਹੋਰ ਪਰਸਨ ਦੀ ਕਾਲ ਆਈ ਸੀ ਜਿਨ੍ਹਾਂ ਨੇ ਆਪਣੀ ਮਦਰ ਲਈ ਪੁੱਛਿਆ ਸੀ ਕਿ ਆਥੋਰਾਈਜ਼ੇਸ਼ਨ ਲੈਟਰ ਦੀ ਜ਼ਰੂਰਤ ਹੈ ਜਾਂ ਨਹੀਂ ਇਹਦੇ ਬਾਰੇ ਗੱਲ ਕਰਾਂਗੇ ਇੱਕ ਦਰਸ਼ਕ ਵੱਲੋਂ ਹੋ ਜੁੜ ਗਏ ਨੇ ਹੈਲੋ ਹਾਂਜੀ ਹੈਲੋ ਮੈਂ ਸਿਰਫ ਕੁਐਸਚਨ ਹੈ ਪੁੱਛਣਾ ਸੀ ਕਿ ਮੈਂ ਆਪਣੇ ਨੋ ਦਾ ਅਪਲਾਈ ਕੀਤਾ ਸੀ ਉਹਨਾਂ ਦਾ ਫਰਵਰੀ ਦਾ ਮੈਡੀਕਲ ਹੋਇਆ ਹੈ ਅੱਜ ਤੱਕ ਕੋਈ ਅਪਲਾਈ ਨਹੀਂ ਆਇਆ ਸਟੈਂਪ ਲੱਗਣ ਵਾਸਤੇ ਪਾਸਪੋਰਟ ਜੀ ਸਰ ਸਪਾਊਸ ਵੀਜ਼ਾ ਦੀ ਗੱਲ ਕਰ ਰਹੇ ਹੋਣੇ ਫੈਬਰਰੀ ਤੋਂ ਬਾਅਦ ਵੈਸੇ ਹੀ ਲਾਕਡਾਊਨ ਹੋ ਗਿਆ ਸੀਗਾ ਜੀ ਕਾਉਂਸਲੇਟ ਸੀ ਹੁਣ ਖੁੱਲੀਆਂ ਹੈਗੀਆਂ ਸੋ ਇਟ ਵਿਲ ਟੇਕ ਸਮ ਟਾਈਮ ਜੀ ਬਟ ਐਕਸਪੈਕਟੇਸ਼ਨ ਹੈਗੀਆਂ ਕਿ ਜਲਦੀ ਹੋਣਾ ਚਾਹੀਦਾ ਹੁਣ ਜੀ ਸ਼ੁਕਰੀਆ ਜੀ ਕਾਲ ਕਰਨ ਲਈ ਤੇ ਸਰ ਜਿਨ੍ਹਾਂ ਨੇ ਪੁੱਛਿਆ ਸੀ ਮਦਰ ਲਈ ਆਥੋਰਾਈਜ਼ੇਸ਼ਨ ਲੈਟਰ ਦੀ ਜ਼ਰੂਰਤ ਹੈ ਟੈਕਨੀਕਲੀ ਕੋਈ ਆਥੋਰਾਈਜ਼ੇਸ਼ਨ ਦੀ ਲੋੜ ਨਹੀਂ ਹੈਗੀ ਇਮੀਡੀਏਟ ਫੈਮਿਲੀ ਵਾਸਤੇ ਬਟ ਅਪਲਾਈ ਕਰ ਦੇਣ ਇਟ ਇਜ਼ ਆਲਵੇਜ਼ ਬੈਟਰ ਟੂ ਹੈਵ ਇਟ ਬਿਕੋਜ਼ ਅਸੀਂ ਦੇਖ ਰਹੇ ਹਾਂ ਕਿ 에ਅਰਪੋਰਟਸ ਦੇ ਉੱਤੇ ਇੰਡੀਆ ਦੇ ਵਿੱਚ ਕਾਫੀ ਸਾਰੀ ਦਿੱਕਤਾਂ ਆ ਰਹੀਆਂ ਜੇ ਤੁਹਾਡੇ ਕੋਲ ਕੋਈ ਆਥੋਰਾਈਜ਼ੇਸ਼ਨ ਨਹੀਂ ਹੈਗੀ ਸੋ ਜੇ ਹੋਏਗੀ ਤਾਂ ਇਟ ਵਿਲ ਆਲਵੇਜ਼ ਬੀ ਹੈਲਪਫੁਲ ਜੀ ਬਿਲਕੁਲ ਤੇ ਅਸੀਂ PNPs ਦੇ ਬਾਰੇ ਵਿੱਚ ਗੱਲ ਕਰ ਰਹੇ ਸੀ ਤੇ ਤੁਸੀਂ ਦੱਸ ਰਹੇ ਸੀ ਕਿ ਇਸ ਵਾਰੀ ਕਾਫੀ ਜਿਹੜੀਆਂ ਐਪਲੀਕੇਸ਼ਨਸ ਇਨਵੀਟੇਸ਼ਨ ਦਿੱਤੇ ਗਏ ਨੇ ਤਾਂ ਤਰਨ ਜੀ 61000 ਅਕ੍ਰੋਸ ਕੈਨੇਡਾ PNP ਦਾ ਕੋਟਾ ਸੀਗਾ ਓਵਰਸੀਡ ਹੋਇਆ ਜੀ ਐਂਡ ਈਵਨ ਓਨਟਾਰੀਓ ਨੇ 8050 ਐਪਲੀਕੇਸ਼ਨਸ ਇਸ ਸਾਲ ਦੇ ਵਿੱਚ ਇਨਵੀਟੇਸ਼ਨਸ ਦਿੱਤੇ ਨੇ ਸੋ ਵਿਚ ਇਜ਼ ਐਨ ਅਮੇਜ਼ਿੰਗ ਨੰਬਰ ਬਟ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਕਹੂੰਗਾ ਕਿ ਜਿਹੜੇ 70000 ਜਾਂ 80000 ਸਟੂਡੈਂਟਸ ਇਸ ਟਾਈਮ ਓਨਟਾਰੀਓ ਦੇ ਵਿੱਚ ਬੈਠੇ ਹੋਏ ਨੇ ਗ੍ਰੇਡ 12 ਕਰਕੇ ਆਏ ਨੇ ਐਂਡ ਦੇ ਆਰ ਵੇਟਿੰਗ ਕਿ ਸਾਡਾ PNP ਦੇ ਵਿੱਚ ਸਾਡਾ EMPLOYER ਸਪੋਰਟ ਕਰਨ ਨੂੰ ਤਿਆਰ ਹੈਗਾ ਤੇ ਮੇਰਾ PNP ਹੋ ਜਾਏਗਾ ਬਿਲਕੁਲ ਹੋ ਜਾਏਗਾ ਬਟ ਜਿੱਥੇ ਟੋਟਲ ਕੋਟਾ ਹੀ 8000 ਐਪਲੀਕੇਸ਼ਨ ਦਾ 80000 ਸਟੂਡੈਂਟ ਤਾਂ ਪਿਕ ਹੋਣਾ ਨਹੀਂ ਉਹਦੇ ਵਿੱਚ ਐਂਡ 80000 ਦੇ ਵਿੱਚ ਵੀ ਅਲੱਗ-ਅਲੱਗ ਕੈਟੇਗਰੀਜ਼ ਹੈਗੀਆਂ ਸੋ ਬੇਸਿਕਲੀ ਇੰਟਰਨੈਸ਼ਨਲ ਸਟੂਡੈਂਟਸ ਦੀ ਤਕਰੀਬਨ 2500 ਇਨਵੀਟੇਸ਼ਨਸ ਐਪਲੀਕੇਸ਼ਨਸ ਟੋਟਲ ਐਕਸੈਪਟ ਕੀਤੀ ਹੈਗੀਆਂ ਓਨਟਾਰੀਓ ਦੇ ਵੱਲੋਂ ਸੋ
ਆਪਣੀ ਓਪਰਚੁਨਿਟੀ ਦੇਖੋ ਕਿ ਕਿਹੜੀ ਓਪਰਚੁਨਿਟੀ ਤੁਹਾਡੇ ਵਾਸਤੇ ਬੈਸਟ ਵਰਕ ਕਰੇਗੀ। ਵੁੱਡ ਇਟ ਬੀ ਸੈਸਕੈਚੁਅਨ, ਵੁੱਡ ਇਟ ਬੀ ਮੈਨੀਟੋਬਾ, ਵੁੱਡ ਇਟ ਬੀ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਜਾਂ ਨਿਊ ਫਾਊਂਡਲੈਂਡ ਜਾਂ PA ਜਾਂ ਜਿਹੜਾ ਵੀ ਅਕ੍ਰੋਸ ਕੈਨੇਡਾ ਤੁਹਾਨੂੰ ਪ੍ਰੋਵਿੰਸ ਲੱਗਦਾ। ਇਸ ਟਾਈਮ ਤੇ ਅਲਬਰਟਾ ਮੈਂ ਰਿਕਮੈਂਡ ਨਹੀਂ ਕਰੂੰਗਾ, ਬਿਕੋਜ਼ ਅਲਬਰਟਾ ਵੈਸੇ ਹੀ ਇਸ ਟਾਈਮ ਤੇ ਇਕਨੋਮੀ ਉਹਨਾਂ ਦੀ ਜਿਸ ਤਹਿਤ ਜਿਹੜੀ ਸਪੀਡ ਦੇ ਨਾਲ ਚੱਲ ਰਹੀ ਹੈਗੀ ਹੈ, ਇਟ ਇਜ਼ ਨਾਟ ਡੂਇੰਗ ਟੂ ਵੈਲ। ਸੋ ਮੇਰੇ ਅਗੇਨ 3 ਪ੍ਰੋਵਿੰਸਿਸ ਆਫ ਚੋਇਸ ਜੇ ਮੈਂ ਅਕ੍ਰੋਸ ਕੈਨੇਡਾ ਕੱਢ ਕੇ ਦਊਂਗਾ ਤੇ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਨਿਊ ਫਾਊਂਡਲੈਂਡ, ਲੈਬਰਾਡੋਰ ਸਾਡੇ ਕੋਲ ਅੱਜ ਵੀ ਓਪਨਿੰਗਸ ਹੈਗੀਆਂ। ਖਾਸ ਕਰ ਜੇ ਓਕੇ ਇੱਥੇ ਤਰਨ ਜੀ ਇੱਕ ਹੋਰ ਗੱਲ ਕਰੀਏ, ਜਦੋਂ ਪੋਸਟ ਗ੍ਰੈਡ ਵਰਕ ਪਰਮਿਟ ਮਿਲਦਾ ਹੈ ਤਾਂ ਉਹ ਮੈਕਸਿਮਮ ਫॉर ਅ ਪੀਰੀਅਡ ਆਫ 3 ਇਅਰਸ ਮਿਲਦਾ। ਹੁਣ 3 ਇਅਰਸ ਦੇ ਵਿੱਚ ਤੁਸੀਂ 2 ਮਹੀਨੇ, 4 ਮਹੀਨੇ, 6 ਮਹੀਨੇ ਜਾਂ ਸਾਲ ਤੁਹਾਡਾ ਨਿਕਲ ਗਿਆ, ਉਹ ਤੁਹਾਨੂੰ ਟਾਈਮ ਅੱਜ ਦੀ ਤਰੀਕ ਦੇ ਵਿੱਚ ਕੋਈ ਇਹੋ ਜਿਹਾ ਰੂਲ ਨਹੀਂ ਬਣਿਆ ਕਿ ਉਹ ਤੁਹਾਡਾ ਐਕਸਟੈਂਡ ਹੋ ਜਾਵੇ। ਆ ਜਾਵੇ ਕੱਲ ਨੂੰ, ਯੈਸ ਇਟ ਵੁੱਡ ਬੀ ਗੁੱਡ, ਬਟ ਅੱਜ ਦੀ ਤਰੀਕ ਦੇ ਵਿੱਚ ਕੁਝ ਨਹੀਂ ਹੈਗਾ। ਸੋ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਰੂਲਸ ਐਗਜ਼ਿਸਟ ਕਰਦੇ ਨੇ ਉਸ ਹਿਸਾਬ ਦੇ ਨਾਲ ਤੁਸੀਂ ਆਪਣੇ ਆਪ ਨੂੰ ਪਲਾਨ ਕਰਕੇ ਚਲੋ। ਮੈਂ ਬਾਰ-ਬਾਰ ਕਹਿਣਾ ਕਿ ਤੁਸੀਂ ਸਟੂਡੈਂਟਸ ਸਭ ਤੋਂ ਜ਼ਿਆਦਾ ਮਿਹਨਤੀ ਹੈਗੇ ਨੇ। ਉਹਦਾ ਰੀਜ਼ਨ ਹੈਗਾ ਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਇੱਥੇ ਪੜ੍ਹਾਈ ਵੀ ਕਰਨੀ ਹੈ, ਮੈਂ ਜੌਬਸ ਵੀ ਕਰਨੀ ਹੈ, ਮੈਂ ਆਪਣੇ ਦਿਨਚਰਿਆ ਦੇ ਸਾਰੇ ਕੰਮ ਵੀ ਕਰਨੇ ਹੈਗੇ ਨੇ, ਹਰ ਚੀਜ਼ ਕਰਨੀ ਹੈਗੀ ਹੈ। ਉਹਦੇ ਹਿਸਾਬ ਦੇ ਨਾਲ ਤੁਸੀਂ ਆਪਣੇ ਆਪ ਨੂੰ ਇੰਨਾ ਸੋਹਣਾ ਮੈਨੇਜ ਕਰਕੇ ਚੱਲਦੇ ਹੈਗੇ ਹੋ, ਬਟ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਵੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਮੈਨੇਜ ਕਰਕੇ ਚੱਲੋ। ਜੇ GTA ਦੇ ਵਿੱਚ ਹੀ ਬੈਠੇ ਰਹਿਣਾ ਤੇ ਥਿੰਗਸ ਮੇ ਨਾਟ ਵਰਕ ਫॉर ਯੂ। ਪਹਿਲੀ ਤਾਂ ਗੱਲ ਤਾਂ GTA ਤੋਂ ਬਾਹਰ ਨਿਕਲਣ ਵਾਸਤੇ ਹਮੇਸ਼ਾ ਹੀ ਤਿਆਰ ਰਹੋ। GTA ਤੋਂ ਬਾਹਰ ਨਿਕਲੋਗੇ ਕਿੰਨੀਆਂ ਸਾਰੀਆਂ ਓਪਰਚੁਨਿਟੀਜ਼ ਤੁਹਾਡੇ ਵਾਸਤੇ ਐਗਜ਼ਿਸਟ ਕਰਦੀਆਂ। LMIAs ਵੀ ਐਗਜ਼ਿਸਟ ਕਰਦੇ ਨੇ, EMPLOYERS ਨੂੰ ਵਰਕਰ ਚਾਹੀਦੇ ਨੇ, ਐਂਡ ਜੇ ਤੁਸੀਂ ਹਾਰਡ ਵਰਕਰ ਜਿਸ ਤਰ੍ਹਾਂ ਦਾ ਤੁਸੀਂ ਹਾਰਡ ਵਰਕ ਕਰ ਸਕਦੇ ਹੋ, EMPLOYER ਤੇ ਤੁਹਾਨੂੰ ਚਾਹੁੰਦੇ ਨੇ ਕਿ ਤੁਹਾਡੇ ਵਰਗੇ EMPLOYE ਸਾਡੇ ਕੋਲ ਆ ਕੇ ਕੰਮ ਕਰਨ। ਇਸੇ ਵਾਸਤੇ ਸਾਡੇ ਕੋਲ ਜਿਹੜੀਆਂ ਓਪਨਿੰਗਸ ਹੈਗੀਆਂ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਨਿਊ ਫਾਊਂਡਲੈਂਡ ਦੀਆਂ, ਜੇ ਤੁਸੀਂ ਉੱਥੇ ਜਾ ਕੇ PR ਲੈਣ ਦੇ ਵਿੱਚ ਇੰਟਰਸਟਿਡ ਹੈਗੇ ਹੋ, PNP ਦੇ ਵਿੱਚ ਇੰਟਰਸਟਿਡ ਹੈਗੇ ਹੋ, ਆਪਣੇ CV ਸਾਨੂੰ ਫਾਰਵਰਡ ਕਰ ਦਿਓ। ਤੁਹਾਡੀ ਐਸੇ ਵੀਕ ਦੇ ਵਿੱਚ ਇੰਟਰਵਿਊ ਹੋਏਗੀ। ਗੋ ਦੇਅਰ ਇਨ ਨੈਕਸਟ 2-3 ਡੇਜ਼, 14 ਡੇਜ਼ ਕੁਆਰੰਟਾਈਨ ਕਰੋ ਐਂਡ 15th ਡੇ ਤੁਸੀਂ ਜੌਬ ਜੁਆਇਨ ਕਰ ਸਕਦੇ ਹੋ। ਈਵਨ ਜਿਹੜੇ ਸਟੂਡੈਂਟਸ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਨਿਊ ਫਾਊਂਡਲੈਂਡ ਬੈਠੇ ਹੋਏ ਨੇ, ਉਹਨਾਂ ਨੂੰ ਉੱਥੇ ਜੌਬ ਨਹੀਂ ਮਿਲ ਪਾ ਰਹੀ ਹੈ, PI ਦੇ ਵਿੱਚ ਬੈਠੇ ਹੋਏ ਨੇ, ਤੇ ਤੁਹਾਡੀ ਮੋਬਿਲਿਟੀ ਹੋਰ ਵੀ ਆਸਾਨ ਹੈਗੀ, ਬਿਕੋਜ਼ ਤੁਸੀਂ ਬਬਲ ਦੇ ਅੰਦਰ ਬੈਠੇ ਹੋਏ ਹੋ, ਤੁਸੀਂ ਇੱਕ ਪ੍ਰੋਵਿੰਸ ਤੋਂ ਦੂਜੇ ਪ੍ਰੋਵਿੰਸ ਦੇ ਵਿੱਚ ਮੂਵ ਕਰ ਸਕਦੇ ਹੋ। ਸੋ ਤੁਹਾਡੀ ਅਸੀਂ ਓਵਰ ਦਾ ਫੋਨ ਹੀ ਇੰਟਰਵਿਊ ਕਰਵਾ ਸਕਦੇ ਹਾਂ। ਸੋ ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰੋ। ਐਂਡ ਇਹ ਓਪਰਚੁਨਿਟੀ ਆ ਜਿਹੜਾ ਟਾਈਮ ਜਾ ਰਿਹਾ ਨਾ, 1-1 ਮਹੀਨਾ, 2-2 ਮਹੀਨੇ ਜਾਂ 2-2 ਹਫ਼ਤੇ, ਇਹ ਜਾਣ ਨਾ ਦਿਓ, ਬਿਕੋਜ਼ ਕੱਲ ਨੂੰ ਕਿਸ ਤਰ੍ਹਾਂ ਹਾਲਾਤ ਚੇਂਜ ਹੋਣਗੇ ਤੁਹਾਨੂੰ ਪਤਾ ਹੀ ਨਹੀਂ ਚੱਲਣਾ। ਐਂਡ ਤਰਨ ਇੱਕ ਮੈਂ ਹੋਰ ਚੀਜ਼ ਸਟੂਡੈਂਟਸ ਵਾਸਤੇ ਜ਼ਰੂਰ ਹਾਈਲਾਈਟ ਕਰਨਾ ਚਾਹਾਂਗਾ, ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਇਹੋ ਜਿਹੇ ਹੈਗੇ ਨੇ ਜਿਹੜੇ ਆ ਕੇ ਇੱਕ ਸਮੈਸਟਰ ਵਿੱਚ ਡ੍ਰੌਪ ਹੋ ਗਿਆ, ਜਾਂ 2 ਕੋਰਸ ਰਹਿ ਗਏ, ਜਾਂ ਅਗਲਾ ਸਮੈਸਟਰ ਚਲੇ ਗਏ, ਅੱਗੇ ਫਿਰ 2 ਕੋਰਸ ਰਹਿ ਗਏ, ਉਹ ਕੋਰਸ ਉਹਨਾਂ ਦਾ ਕੰਪਲੀਟ ਨਹੀਂ ਹੋਇਆ। ਉਹ ਬੱਚੇ ਕੋਈ ਵੀ ਪੋਸਟ ਗ੍ਰੈਡ ਵਰਕ ਪਰਮਿਟ ਵਾਸਤੇ ਐਲੀਜੀਬਲ ਨਹੀਂ ਹੋਣਗੇ। ਸੋ ਜੇ ਤੁਹਾਨੂੰ ਪਤਾ ਹੈ ਕਿ ਐਲੀਜੀਬਿਲਿਟੀ ਨਹੀਂ ਨਜ਼ਰ ਆ ਰਹੀ, ਤੇ ਵਰਕ ਐਂਡ ਪਲਾਨ ਯੋਰ ਫਿਊਚਰ ਨਾਓ, ਵੇਟ ਨਾ ਕਰਦੇ ਰਹੋ ਕਿ ਲਾਸਟ ਮਿੰਟ ਤੇ ਮੈਂ ਜਾ ਕੇ ਵੇਟ ਕਰੂੰਗਾ, ਡਿਸਕਸ ਕਰੂੰਗਾ ਕਿਹੜੀ ਓਪਰਚੁਨਿਟੀ ਮੇਰੇ ਵਾਸਤੇ ਵਰਕ ਕਰੇਗੀ। ਸੋ ਜੇ ਤੁਹਾਨੂੰ ਪਤਾ ਹੈ ਕਿ ਅਸੀਂ ਅੱਜ ਬੈਕਫੁੱਟ ਤੇ ਅੱਜ ਹੀ ਖੜੇ ਆ, ਤੇ ਬੈਕਫੁੱਟ ਤੇ ਖੜੇ ਹੋ ਕੇ ਆਪਣਾ ਪਲਾਨ ਤਾਂ ਕਰ ਲਓ ਕਿ ਕਿਹੜੀ ਚੀਜ਼ ਕਿਸ ਤਰ੍ਹਾਂ ਮੈਂ ਕਰ ਸਕਦਾ ਚੀਜ਼ਾਂ, ਐਂਡ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਜ਼ਰੂਰ ਲਓ। ਐਂਡ ਡ੍ਰੌਪ ਕਰਦੇ ਜਾਓਗੇ ਤੇ ਆਪਣੇ ਤੁਸੀਂ ਮੁਸੀਬਤਾਂ ਹੋਰ ਵਧਾਓਗੇ। ਤੁਹਾਡੇ ਮਾਪਿਓ ਨੇ ਬੜੇ ਔਖੇ ਹੋ ਕੇ, ਬੜੇ ਮਿਹਨਤਾਂ ਕਰਕੇ ਤੁਹਾਨੂੰ ਇੱਥੇ ਪੜ੍ਹਨ ਵਾਸਤੇ ਭੇਜਿਆ, ਤੁਸੀਂ ਵੀ ਬੜੀਆਂ ਮਿਹਨਤਾਂ ਕੀਤੀਆਂ ਹੈਗੀਆਂ, ਬਟ ਕਈ ਵਾਰੀ ਹਾਲਾਤ ਇਹੋ ਜਿਹੇ ਬਣਦੇ ਨੇ ਕਿ ਕੋਈ ਚੀਜ਼ਾਂ ਕਹਿੰਦੇ ਟਰੈਕ ਤੇ ਨਹੀਂ ਆਉਂਦੀਆਂ। ਸੋ ਜੇ ਨਹੀਂ ਟਰੈਕ ਤੇ ਆ ਰਹੀਆਂ ਤੇ ਪਲਾਨ ਇਟ ਆਊਟ ਕਿ ਕਿਸ ਤਰ੍ਹਾਂ ਟਰੈਕ ਤੇ ਆ ਸਕਦੀਆਂ ਹੈਗੀਆਂ। ਬਿਲਕੁਲ ਸਰ, ਕਈਆਂ ਦਾ ਇਹ ਹੈ ਕਿ ਪੋਸਟ ਗ੍ਰੈਡ ਵਰਕ ਪਰਮਿਟ ਵੀ ਐਕਸਪਾਇਰ ਹੋਣ ਵਾਲਾ ਵਾ ਤੇ ਪ੍ਰੋਵਿੰਸ ਨੂੰ ਹੁਣ ਛੱਡਣ ਦਾ ਮੋਡ ਬਣਾ ਰਹੇ ਨੇ। ਇਹਦੇ ਬਾਰੇ ਮੈਂ ਗੱਲ ਕਰੂੰਗੀ ਕਿ ਦਰਸ਼ਕ ਪਹਿਲਾਂ ਜੁੜ ਗਏ ਨੇ ਹੋਰ। ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸ਼ਾਇਦ ਫੋਨ ਡਿਸਕਨੈਕਟ ਹੋ ਗਿਆ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜਿਹੜਾ ਤੁਹਾਡਾ ਸਵਾਲ ਹੈ। ਸਰ, ਪ੍ਰੋਵਿੰਸ ਛੱਡਣ ਦਾ, ਪ੍ਰੋਵਿੰਸ ਦੂਸਰੀ ਵਿੱਚ ਜਾਣ ਦਾ ਕਿੰਨਾ ਕਿਸ ਵਕਤ ਬੈਟਰ ਆਪਸ਼ਨ ਹੋ ਸਕਦਾ ਹੈ ਤੁਹਾਡੇ ਕੋਲ? ਜਿਵੇਂ ਲਾਸਟ ਟਾਈਮ ਵੀ ਤੁਸੀਂ ਦੱਸਿਆ ਸੀ ਵੈਕੈਂਸੀਜ਼ ਕੁਝ ਹੈਗੀਆਂ ਨੇ, ਕੀ ਅਜੇ ਵੀ ਐਗਜ਼ਿਸਟ ਕਰਦੀਆਂ ਨੇ? ਜੀ ਬਿਲਕੁਲ, ਉਹ ਓਪਨਿੰਗਸ ਖਤਮ ਹੋ ਗਈਆਂ, ਬਟ ਹੋਰ ਸਾਡੇ ਕੋਲ ਓਪਨਿੰਗਸ ਆ ਗਈਆਂ, ਬਿਕੋਜ਼ ਅਸੀਂ ਵੀ ਹੈਵ ਬੀਨ ਇਨ ਬਿਜ਼ਨਸ ਫॉर ਮੋਰ ਦੈਨ 14 ਇਅਰਸ ਤਰਨ। ਹੁਣ EMPLOYERS ਜਿਨ੍ਹਾਂ ਨੂੰ ਅਸੀਂ ਪਹਿਲੇ ਮੈਨ ਪਾਵਰ ਸਪਲਾਈ ਕੀਤੀ ਹੋਈ ਹੈ, ਤੇ ਉਹ ਜੇ ਉਹਨਾਂ ਕੋਲ ਕੋਈ ਓਪਨਿੰਗ ਆਉਂਦੀ ਹੈ ਤੇ ਕੀਪ ਔਨ ਕਮਿੰਗ ਬੈਕ ਟੂ ਅਸ। ਸੋ ਅੱਜ ਦੀ ਤਰੀਕ ਦੇ ਵਿੱਚ ਉੱਥੇ ਅੱਜ ਵੀ ਓਪਰਚੁਨਿਟੀਜ਼ ਕਾਫੀ ਹੈਗੀਆਂ। ਐਂਡ ਬਹੁਤ ਸਾਰੇ ਬੱਚੇ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਉੱਥੇ ਬੈਠੇ ਹੋਏ ਨੇ ਬਟ ਜੌਬ ਨਹੀਂ ਮਿਲ ਪਾ ਰਹੀ। ਸੋ ਸਾਡਾ ਰੈਫਰੈਂਸ ਇਹ ਹੈਲਪ ਕਰਦਾ, ਬਿਕੋਜ਼ ਦਾ EMPLOYERS ਹੈਵ ਆਲਰੇਡੀ ਡੈਲਟ ਵਿਦ ਅਸ। ਸੋ ਐਡਵਾਂਟੇਜ ਤੁਹਾਨੂੰ ਹੋ ਜਾਂਦਾ ਇੰਟਰਵਿਊਜ਼ ਦੇ ਵਿੱਚ। ਬਿਲਕੁਲ, ਇਹਦੇ ਬਾਰੇ ਗੱਲ ਕਰਾਂਗੇ ਕਿ ਦਰਸ਼ਕ ਹੋ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਮੈਂ ਹਰਪ੍ਰੀਤ ਬੋਲ ਰਿਹਾ ਜੀ। ਹਰਪ੍ਰੀਤ ਜੀ ਦੱਸੋ ਕੀ ਸਵਾਲ ਹੈ? ਹਾਂਜੀ, ਮੈਂ ਨਾ ਇੱਥੇ ਵਿਜ਼ਿਟਰ ਆਇਆ ਸੀ ਕਿ ਮੇਰੀ LMI ਹੋਈ ਸੀ ਕਲੀਅਰ, ਤੇ ਮੈਂ 2 ਮਹੀਨੇ ਪਹਿਲਾਂ ਆਨਲਾਈਨ ਵਰਕ ਪਰਮਿਟ ਅਪਲਾਈ ਕੀਤਾ ਸੀਗਾ,
ਤੇ ਮੇਰੇ ਫਰੈਂਡ ਨੇ ਵੀ ਆਨਲਾਈਨ ਅਪਲਾਈ ਕੀਤਾ ਸੀ, ਉਹਦਾ ਮਹੀਨੇ ਬਾਅਦ ਆ ਗਿਆ, ਮੇਰਾ ਅਜੇ ਤੱਕ ਆਇਆ ਨਹੀਂ, 2 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ। ਜੀ ਸਰ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਰ। ਇਹਨਾਂ ਨੂੰ ਕਹੂੰਗਾ ਜੀ ਵੇਟ ਕਰੋ ਐਂਡ ਜਿਹੜੇ ਕੰਸਲਟੈਂਟ ਲਾਇਰ ਦੇ ਥਰੂ ਤੁਸੀਂ ਐਪਲੀਕੇਸ਼ਨ ਪੁੱਟ ਅਪ ਕੀਤੀ ਸੀ ਉਹਨਾਂ ਨੂੰ ਅਪਰੋਚ ਕਰੋ ਐਂਡ ਯੂ ਆਰ ਵੈਲ ਵਿਦਨ ਟਾਈਮ। ਕੁਛ ਐਪਲੀਕੇਸ਼ਨਸ ਤੁਸੀਂ ਇੱਕ ਐਪਲੀਕੇਸ਼ਨ ਨੂੰ ਦੂਜੀ ਐਪਲੀਕੇਸ਼ਨ ਨਾਲ ਕੰਪੇਅਰ ਨਹੀਂ ਕਰ ਸਕਦੇ ਐਂਡ ਇੱਕ ਐਪਲੀਕੇਸ਼ਨ ਜੇ ਮੇਰੇ ਕੋਲ ਆਈ ਹੈ, ਹੋ ਸਕਦਾ ਮੈਂ 15 ਦਿਨ ਲੈਂਦਾ ਹੋਵਾਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਦੇ, ਜੇ ਤਰਨ ਜੀ ਦੂਸਰੇ ਵੀਜ਼ਾ ਆਫਿਸਰ ਹੈਗੇ ਨੇ, ਹੋ ਸਕਦਾ 20 ਦਿਨ ਲੈਂਦੇ ਹੋਣ। ਸੋ ਆ ਟਾਈਮ ਪੀਰੀਅਡ ਉੱਪਰ ਥੱਲੇ ਵੇਰੀ ਹੋ ਸਕਦਾ ਹੈਗਾ, ਡਜ਼ ਨਾਟ ਮੈਟਰ ਐਂਡ ਹਰ ਇੱਕ ਐਪਲੀਕੈਂਟ ਦੇ ਸਰਕਮਸਟੈਂਸਸ ਡਿਫਰੈਂਟ ਹੈਗੇ ਨੇ। ਕੁਝ ਓਵਰਸਟੇ ਕੀਤੇ ਹੋਏ ਨੇ, ਕੁਝ ਦੇ ਐਕਸਪੀਰੀਅੰਸਿਸ ਸਿਮਿਲਰ ਹੈਗੇ ਨੇ, ਕੁਝ ਦੇ ਐਕਸਪੀਰੀਅੰਸਿਸ ਡਿਫਰੈਂਟ ਹੈਗੇ ਨੇ। ਸੋ ਇਹ ਸਾਰੀਆਂ ਚੀਜ਼ਾਂ ਇਵੈਲੂਏਟ ਕਰਦਾ ਹੈਗਾ ਆਫਿਸਰ। ਸੋ ਇਟ ਹੀ ਮਾਈਟ ਟੇਕ ਸਮ ਟਾਈਮ। ਸਰ ਸਮ ਟਾਈਮ ਇਹ ਹੁੰਦਾ ਕਿ ਹਾਫ ਨੌਲੇਜ ਆਪਾਂ ਇੱਥੇ ਕੇਸ ਟੂ ਕੇਸ ਨੌਲੇਜ ਤਾਂ ਨਹੀਂ ਦਿੰਦੇ, ਆਪਾਂ ਇੱਕ ਓਵਰਆਲ ਆਪਾਂ ਪ੍ਰੋਵਾਈਡ ਕਰਵਾ ਦਿੰਦੇ ਹਾਂ ਇਨਫੋਰਮੇਸ਼ਨ। ਸੋ ਉਹਦੇ ਬੇਸ ਦੇ ਉੱਤੇ ਮੋਸਟਲੀ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਇਸ ਵਕਤ ਦਰਸ਼ਕ ਨੇ ਕਈਆਂ ਵਿੱਚੋਂ ਆਪਣੇ ਆਪ ਉਹ ਫਾਈਲ ਲਗਾਉਣ ਦੀ ਕੋਸ਼ਿਸ਼ ਕਰਦੇ ਨੇ, ਜਿਹਦਾ ਬਾਅਦ ਚੋਂ ਖਮਿਆਜ਼ਾ ਭੁਗਤਣਾ ਪੈਂਦਾ। ਸੋ ਮੈਂ ਚਾਹਾਂਗੀ ਇਹ ਵੀ ਜ਼ਰੂਰ ਆਪਾਂ ਉਹਨਾਂ ਨੂੰ ਦੱਸੀਏ ਕਿ ਇਹ ਜਿਹੜੀ ਓਵਰਆਲ ਅਸੀਂ ਇਨਫੋਰਮੇਸ਼ਨ ਦਿੰਦੇ ਆ, ਇਹ ਨਹੀਂ ਹੈ ਕਿ ਅਸੀਂ ਕੇਸ ਟੂ ਕੇਸ ਹਰ ਇਨਫੋਰਮੇਸ਼ਨ ਦੇਈਦੀ ਆ। ਤਰਨ ਜੀ ਕਹਿੰਦੇ ਨਾ ਕਿ ਨੀਮ ਹਕੀਮ ਖਤਰਾਏ ਜਾਨ। ਸੋ ਅਸੀਂ ਸਾਰੇ ਨੀਮ ਹਕੀਮ ਤਾਂ ਹੋ ਸਕਦੇ ਹਾਂ ਤੇ ਆਪਣੀ ਜਾਨ ਨੂੰ ਖਤਰਾ ਵੀ ਪਾ ਸਕਦੇ ਹਾਂ। ਇਸੇ ਤਰ੍ਹਾਂ ਇਮੀਗ੍ਰੇਸ਼ਨ ਜਿਹੜਾ ਲੱਗਦਾ ਕਿ ਇਟ ਇਜ਼ ਟੂ ਈਜ਼ੀ, ਸੋ ਬਟ ਇਮੀਗ੍ਰੇਸ਼ਨ ਇਜ਼ ਨਾਟ ਟੂ ਈਜ਼ੀ। ਜੇ ਇਕੱਲੇ ਫਾਰਮਸ ਭਰ ਕੇ ਵੀਜ਼ੇ ਲੱਗਦੇ ਹੋਣ ਤੇ ਹਰ ਇੱਕ ਦੁਨੀਆ ਦਾ ਹਰ ਇੱਕ ਐਪਲੀਕੈਂਟ ਹੀ ਵੀਜ਼ਾ ਲੈ ਕੇ ਬੈਠਾ ਹੋਵੇ। ਅਸੀਂ ਵਿਜ਼ਿਟ ਵੀਜ਼ਾ ਵੀ ਹੋ ਸਕਦਾ, ਐਕਸਪ੍ਰੈਸ ਐਂਟਰੀ ਵੀ, ਸੁਪਰ ਵੀਜ਼ਾ ਵੀ। ਸਰਕਮਸਟੈਂਸਸ ਹਰ ਇੱਕ ਦੇ ਡਿਫਰੈਂਟ ਹੈਗੇ ਨੇ ਐਂਡ ਜਿਹੜੇ ਕੰਸਲਟੈਂਟ ਲਾਇਰਸ ਐਪਲੀਕੇਸ਼ਨ ਪੁੱਟ ਅਪ ਕਰਦੇ ਨੇ ਉਹ ਸਬਮਿਸ਼ਨਸ ਦੇ ਵਿੱਚ ਆਪਣਾ ਪੂਰੀ ਜ਼ੋਰ ਤੇ ਮਿਹਨਤ ਲਗਾਉਂਦੇ ਨੇ ਫਾਰਮਸ ਦੇ ਇਲਾਵਾ। ਸੋ ਉਹਦੇ ਵਿੱਚ ਜਦੋਂ ਸਬਮਿਸ਼ਨਸ ਦੇ ਵਿੱਚ, ਬਿਕੋਜ਼ ਸਬਮਿਸ਼ਨਸ ਵਿੱਚ ਇੱਕ ਚੀਜ਼ ਐਡਰੈਸ ਕਰਦੇ ਹੈਗੇ ਆ ਕਿ ਕਿਉਂ ਤੁਹਾਨੂੰ ਵੀਜ਼ਾ ਮਿਲਣਾ ਚਾਹੀਦਾ, ਤੁਸੀਂ ਕਿਉਂ ਐਲੀਜੀਬਲ ਹੈਗੇ ਹੋ, ਤੁਸੀਂ ਕਿਉਂ ਕੁਆਲੀਫਾਈ ਕਰਦੇ ਹੋ ਇਸ ਵੀਜ਼ੇ ਵਾਸਤੇ। ਸੋ ਇਸੇ ਵਾਸਤੇ ਦਿਸ ਸਬਮਿਸ਼ਨਸ ਲੈਟਰਸ ਮੇਕਸ ਲੋਟ ਆਫ ਡਿਫਰੈਂਸ। ਸਬਮਿਸ਼ਨਸ ਮੇਕ ਲੋਟ ਆਫ ਡਿਫਰੈਂਸ ਕਿ ਕਿਸ ਤਰ੍ਹਾਂ ਪੁੱਟ ਅਪ ਹੋ ਰਹੀ ਹੈ ਐਂਡ ਕਿਹੜੇ ਸਪੋਰਟਿੰਗ ਐਵੀਡੈਂਸਸ ਐਂਡ ਡਾਕੂਮੈਂਟਸ ਪੁੱਟ ਅਪ ਕੀਤੇ ਜਾ ਰਹੇ ਨਾਲ। ਬਿਲਕੁਲ, ਮੈਂ ਆਪਣੀ ਸਭਾ ਟੀਮ ਨੂੰ ਕਹੂੰਗੀ ਕਿ ਬਾਕੀ ਦੀਆਂ ਕਾਲਸ ਵੀ ਜਿਹੜੀਆਂ ਫਾਰਵਰਡ ਕੀਤੀਆਂ ਜਾਣ, ਕਿਉਂਕਿ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ, ਤਾਂ ਕਿ ਅਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਸਕੀਏ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂ, ਬਰਮਟਨ ਤੋਂ ਬੋਲਦਾ ਜੀ। ਤੇ ਮੈਂ ਇੱਕ ਕੁਐਸਚਨ ਸੀਗਾ ਦੱਤਾ ਸਾਹਿਬ ਨੂੰ ਪੁੱਛਣਾ ਸੀਗਾ, ਜਿਹੜਾ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਮੈਂ ਲਵਾਇਆ ਸੀ ਆਪਣੇ ਫਾਦਰ ਸਾਹਿਬ ਦਾ ਤੇ ਮਦਰ ਦਾ ਜੀ, ਤੇ ਉਹ 6 ਮਹੀਨੇ ਹੋ ਗਏ, ਉਹਦਾ ਕਿੰਨਾ ਕੁ ਟਾਈਮ ਆ, ਕਿੰਨਾ ਕੁ ਸਕਸੈਸ ਰੇਟ ਆ ਉਹਨਾਂ ਦਾ ਜੀ? ਸਰ ਆਪਾਂ ਟੀਵੀ ਸਕਰੀਨ ਤੇ ਆਂਸਰ ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਜਿਹੜੀ HNC ਐਪਲੀਕੇਸ਼ਨ ਹੁੰਦੀਆਂ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡ ਤੇ ਐਪਲੀਕੇਸ਼ਨ ਪੁੱਟ ਅਪ ਕਰਦੀਆਂ, ਇਸ ਸਰਕਮਸਟੈਂਸਸ ਦੇ ਉੱਤੇ ਡਿਪੈਂਡ ਕਰਦਾ ਜੀ ਕਿ ਇਹਦਾ ਤੁਹਾਡੇ ਕਿਸ ਤਰ੍ਹਾਂ ਦੇ, ਤੁਸੀਂ ਕਿਸ ਸਰਕਮਸਟੈਂਸਸ ਦੇ ਤਹਿਤ ਤੁਸੀਂ ਕੰਪੈਸ਼ਨੇਟ ਗਰਾਊਂਡ ਤੇ ਅਪਰੂਵਲਸ ਮੰਗ ਰਹੇ ਹੈਗੇ ਹੋ। ਦਾ ਸਭ ਤੋਂ ਇੰਪੋਰਟੈਂਟ ਕਿ ਜਿਹੜਾ ਸਕਸੈਸ ਰੇਟ ਹੈਗਾ ਇਟ ਇਜ਼ ਨਾਟ ਟੂ ਗੁੱਡ ਐਂਡ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਉਹ ਤਕਰੀਬਨ 6 ਤੋਂ 8 ਮਹੀਨੇ ਦਾ ਹੀ ਪ੍ਰੋਸੈਸਿੰਗ ਟਾਈਮ ਹੈ। ਬਟ ਇਸ ਵਾਰੀ ਤੁਸੀਂ ਡਿਲੇਜ਼ ਨੂੰ ਫੈਕਟਰ ਇਨ ਕਰਦਿਆਂ ਹੋਇਆ ਪੈਂਡੈਮਿਕ ਕਰਕੇ ਐਂਡ ਆਫਿਸਿਸ ਜਿਸ ਤਰ੍ਹਾਂ ਕੰਮ ਨਹੀਂ ਕੀਤੇ, ਸੋ ਉਹਨੂੰ ਫੈਕਟਰ ਇਨ ਜ਼ਰੂਰ ਕਰਿਆ ਜੇ। ਬਟ ਜਿਹੜਾ ਸਕਸੈਸ ਰੇਟ ਹੈਗਾ ਇਟ ਇਜ਼ ਲੈਸ ਦੈਨ 10%। ਜੀ ਬਿਲਕੁਲ। ਤੇ ਸਰ ਨੈਕਸਟ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੀ ਵੀ ਅਸੀਂ ਕਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। Hi, this is Ishan here from Pakistan. How are you? Good sir. Everything okay? Good sir, good. ਦੱਸੋ ਜੀ ਕੀ ਸਵਾਲ ਹੈ ਤੁਹਾਡਾ? Thank you very much ਜੀ। ਮੇਰਾ ਇੱਕ ਕੁਐਸਚਨ ਹੈ ਨਵਗੁਰਾ ਸਾਹਿਬ ਕੋਲੋਂ ਕਿ ਇਸ ਜੇ ਕੋਈ ਵਿਜ਼ਟਰ ਵੀਜ਼ਾ ਤੇ ਵੀਜ਼ਾ ਦੀ ਐਕਸਟੈਂਸ਼ਨ ਫਾਈਲ ਲਾਈ ਹੋਏ, ਐਟ ਦ ਸੇਮ ਟਾਈਮ ਕੈਨ ਹੀ ਅਪਲਾਈ ਫॉर द वर्क परमिट LMIA based work permit while his visitor extension record is in process? ਜੀ ਸਰ, ਆਪਾਂ ਟੀਵੀ ਸਕਰੀਨ ਤੇ ਆਂਸਰ ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਰ। ਤਰਨ ਜਦੋਂ ਵੀ ਤੁਸੀਂ ਵਿਜ਼ਿਟ ਵੀਜ਼ਾ ਐਕਸਟੈਂਸ਼ਨ ਪਾਈ ਹੋਈ ਹੈ ਤੇ ਉਹਦੇ ਨਾਲ ਜੇ ਤੁਹਾਡਾ LMI ਅਪਰੂਵ ਹੋ ਕੇ ਆ ਜਾਂਦਾ ਤੇ ਤੁਸੀਂ ਆਪਣੀ ਵਰਕ ਪਰਮਿਟ ਦੀ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹੋ ਜੀ। ਮਤਲਬ ਇਹਦੇ ਲਈ ਕੋਈ ਰਿਸਟ੍ਰਿਕਸ਼ਨਸ ਵਗੈਰਾ ਨਹੀਂ ਹੈਗੀਆਂ ਜੀ। ਬਿਲਕੁਲ, ਸਾਡੇ ਨਾਲ ਨੈਕਸਟ ਕਾਲਰ ਵੀ ਜੁੜ ਗਏ ਨੇ ਤੇ ਉਹਨਾਂ ਦੇ ਵੀ ਅਸੀਂ ਕਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਪੁੱਛਣਾ ਸੀ, ਜਿੱਦਾਂ ਹਨਾ ਮਤਲਬ ਸਾਡੇ ਪ੍ਰਾਹੁਣਾ ਹੈ ਇੰਡੀਆ, ਉਹਨਾਂ ਦਾ 16 ਨਵੰਬਰ ਦੀ ਉਹਨਾਂ ਦੀ ਫਾਈਲ ਉੱਥੇ ਦਿੱਲੀ ਗਈ ਹੋਈ ਸੀ ਤੇ ਹੁਣ 26 ਨਵੰਬਰ ਨੂੰ ਉਹਦੇ ਉਹ ਹੋਏ ਆ ਫਿੰਗਰਪ੍ਰਿੰਟ ਹਨਾ, ਤੇ ਹੁਣ ਉਹਨਾਂ ਦਾ ਮਤਲਬ ਹੋਰ ਕਿੰਨਾ ਕੁ ਟਾਈਮ ਵੀਜ਼ੇ ਲਈ ਲੱਗੂਗਾ? ਸਪਾਊਸ ਵੀਜ਼ਾ ਹੈ ਜੀ? ਨਹੀਂ, PR ਜਿੱਦਾਂ ਮਤਲਬ ਵਾਈਫ ਹਸਬੈਂਡ ਵਾ। ਮੈਨੂੰ ਸਰ ਸਪਾਊਸਲ ਹੀ ਹੈਗਾ ਜੀ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਇੱਕ ਕਾਲ ਹੋਰ ਲੈ ਲਈਏ ਫਿਰ ਅਸੀਂ ਨਾਲ ਹੀ ਆਂਸਰ ਕਰਦੇ ਹਾਂ। ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਗੁਲਫਤ ਤੋਂ ਬੋਲਦੇ ਆ। ਮੈਂ ਇਹ ਪੁੱਛਣਾ ਸੀਗਾ ਵੀ ਇੰਡੀਆ ਤੋਂ ਅਪਲਾਈ ਵੀ ਵਿਜ਼ਟਰ ਵੀਜ਼ਾ ਆਪਾਂ ਹੁਣ ਕਰ ਸਕਦੇ ਹਾਂ ਮੈਰਿਜ ਵਾਸਤੇ? ਸਰ ਵੀ ਇਹਨਾਂ ਨੂੰ ਪੁੱਛਣਾ ਸੀਗਾ। ਕੀ ਕਹਿ ਰਹੇ ਇੰਡੀਆ ਤੋਂ ਮੈਰਿਜ ਲਈ ਵਿਜ਼ਟਰ ਵੀਜ਼ਾ ਲਈ ਅਪਲਾਈ ਕਰ ਸਕਦੇ ਵੀ ਇੱਥੇ ਮੈਰਿਜ ਹੋਵੇ ਤੇ ਉਹਦੇ ਲਈ ਅਟੈਂਡ ਕਰਨ ਲਈ ਤੁਸੀਂ ਕਹਿ ਰਹੇ ਹੋ ਕਿ ਕਰ ਸਕਦੇ ਹਾਂ? ਹਾਂਜੀ ਜੀ ਤੁਸੀਂ ਹਾਂਜੀ ਮੈਰਿਜ ਹੋਵੇ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਥੈਂਕ ਯੂ ਜੀ। ਸਰ ਪਹਿਲਾਂ ਜਿਨ੍ਹਾਂ ਨੇ ਸਪਾਊਸ ਵੀਜ਼ਾ ਦੇ ਬਾਰੇ ਗੱਲ ਕੀਤੀ ਸੀ ਉਹ ਪੁੱਛਣਾ ਚਾਹੁੰਦੇ ਨੇ ਕਿ 26 ਨਵੰਬਰ ਨੂੰ ਉਹਨਾਂ ਦੇ ਫਿੰਗਰਪ੍ਰਿੰਟਸ ਆ ਚੁੱਕੇ ਨੇ, ਕਦੋਂ ਤੱਕ ਹਜੇ ਟਾਈਮ ਲੱਗੇਗਾ? 1 ਸਾਲ ਦਾ ਪ੍ਰੋਸੈਸਿੰਗ ਟਾਈਮ ਹੈਗਾ ਅੰਡਰ ਨਾਰਮਲ ਸਰਕਮਸਟੈਂਸਸ। ਸੋ ਜੇ 1 ਸਾਲ ਦੇ ਅੰਦਰ ਅੰਦਰ ਤੁਹਾਡੀ ਫਾਈਲ ਮੂਵ ਹੋ ਰਹੀ ਹੈ ਤੇ ਐਬਸੋਲੂਟਲੀ ਨਾਰਮਲ ਸਰਕਮਸਟੈਂਸਸ। ਜੇ ਥੋੜਾ ਜਿਹਾ 2-4 ਮਹੀਨੇ ਉੱਪਰ ਵੀ ਚਲੀ ਗਈ ਬਿਕੋਜ਼ ਆਫ ਕਰੰਟ ਪੈਂਡੈਮਿਕ ਕੰਡੀਸ਼ਨ ਸਰਕਮਸਟੈਂਸਸ ਉੱਪਰ ਥੱਲੇ ਹੋ ਸਕਦੀ ਹੈ। ਬੀ ਪੇਸ਼ੈਂਟ ਜੀ, ਇੱਕੋ ਹੀ ਚੀਜ਼ ਹੈ, ਮੈਂ ਤਾਂ ਰਿਕਮੈਂਡ ਕਰਾਂਗਾ ਜੀ। ਨੈਕਸਟ ਸੀਗਾ ਕਿ ਵਿਜ਼ਟਰ ਵੀਜ਼ਾ ਇੱਥੇ ਹੋ ਰਿਹਾ ਜੇ ਅਪਲਾਈ ਵਿਜ਼ਿਟ ਵੀਜ਼ਾ ਦੀ ਐਪਲੀਕੇਸ਼ਨ ਲੱਗ ਸਕਦੀ ਹੈਗੀ ਹੈ। ਪ੍ਰੋਸੈਸਿੰਗ ਦੇ ਵਿੱਚ ਇਟ ਇਜ਼ ਟੇਕਿੰਗ ਟਾਈਮ। ਕੋਈ ਡਾਇਰ ਸਰਕਮਸਟੈਂਸਸ ਹੋਣ ਤੇ ਉਹਦੇ ਵਿੱਚ ਗ੍ਰਾਂਟ ਵੀ ਹੋ ਰਿਹਾ, ਬਟ ਜਸਟ ਵੇਟ ਐਂਡ ਵਾਚ ਇਟ। ਬਿਲਕੁਲ ਜੀ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ? ਕਰਨ ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ, ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਯੂ ਕੈਨ ਆਲਵੇਜ਼ ਰੀਚ ਅਸ ਐਟ info@iccimmigration.ca। ਸਾਨੂੰ 14 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਏ ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟਰਾਂਸਪੇਰੈਂਟ ਐਡਵਾਈਸ। ਜਿਹੜੀ ਚੀਜ਼ ਪੋਸੀਬਲ ਹੁੰਦੀ ਹੈ ਵੀ ਨਾਰਮਲੀ ਗਿਵ ਯੂ, ਐਂਡ ਇਸੇ ਕਰਕੇ ਲੋਕੀ ਸਾਨੂੰ ਕਹਿੰਦੇ ਕਿ ਯੂ ਆਰ ਟੂ ਸਟ੍ਰੇਟ ਫਾਰਵਰਡ। ਐਬਸੋਲੂਟਲੀ ਦੈਟ ਇਜ਼ ਵਾਈ ਤੁਸੀਂ ਕਿਸੇ ਕੰਸਲਟੈਂਟ ਲਾਇਰ ਦੀ ਐਡਵਾਈਸ ਲੈਣ ਆ ਰਹੇ ਹੋ ਜੀ। ਜੇ ਮੈਂ ਵੀ ਸ਼ੂਗਰ ਕੋਟਡ ਤੁਹਾਨੂੰ ਇਨਫੋਰਮੇਸ਼ਨ ਦੇਣੀ ਹੈ ਜਾਂ ਸਜੈਸ਼ਨਸ ਦੇਣੇ ਨੇ ਤੇ ਸਾਡੇ ਤੇ ਬਾਕੀਆਂ ਦੇ ਵਿੱਚ ਕੀ ਫਰਕ ਰਹਿ ਗਿਆ? ਸੋ ਦੈਟ ਇਜ਼ ਵਾਈ ਵੀ ਆਰ ਨੋਨ ਫॉर ਅ ਵੈਰੀ ਸਟ੍ਰੇਟ ਫਾਰਵਰਡ ਐਂਡ ਕ੍ਰਿਸਟਲ ਕਲੀਅਰ ਐਡਵਾਈਸ। ਐਂਡ ਇੱਕੋ ਹੀ ਚੀਜ਼, ਤੁਸੀਂ ਦੁਨੀਆ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਵੀ ਬੈਠੇ ਹੋਏ ਹੋ, ਦੇਰ ਆਰ ਆਪਸ਼ਨਸ ਦੈਟ ਕੈਨ ਵਰਕ ਆਊਟ ਫॉर ਯੂ। ਦੇ ਬਿਜ਼ਨਸਮੈਨ ਹੈਗੇ ਹੋ, ਜੌਬ ਕਰ ਰਹੇ ਹੋ, ਦੇਰ ਆਰ ਓਪਰਚੁਨਿਟੀਜ਼ ਦੈਟ ਕੈਨ ਬੀ ਵਰਕਡ ਆਊਟ ਫॉर ਯੂ। ਐਂਡ ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੈਗੇ ਹੋ, 4-6 ਮਹੀਨੇ ਸਾਲ ਨਿਕਲ ਚੁੱਕਾ ਹੈ, 1.5 ਸਾਲ ਨਿਕਲ ਚੁੱਕਾ ਹੈ, ਤਾਂ ਵੀ ਦੇਰ ਆਰ ਓਪਰਚੁਨਿਟੀਜ਼ ਫॉर ਯੂ। ਉਹਦੇ ਵਾਸਤੇ ਗਿਵ ਅਸ ਅ ਕਾਲ ਐਂਡ ਵੀ ਕੈਨ ਡਿਸਕਸ ਯੋਰ ਕੇਸ ਐਂਡ ਤੁਹਾਡੀ ਇੰਟਰਵਿਊਜ਼ ਵੀ ਅਸੀਂ ਜੇ ਅਟਲਾਂਟਿਕ ਦੇ ਵਿੱਚ ਜਾਣਾ ਹੈਗਾ ਤੇ ਅਸੀਂ ਕਰਵਾ ਸਕਦੇ ਹਾਂ ਜੀ। ਬਿਲਕੁਲ ਸਰ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ ਤੇ ਸਾਡੇ ਦਰਸ਼ਕਾਂ ਨੂੰ ਸਵਾਲਾਂ ਦੇ ਵੀ ਜਵਾਬ ਦੇਣੇ ਉੱਤੇ ਜਾਣਕਾਰੀ ਦਿੰਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ ਤਰਨਜੀਤ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਜੇ ਤੁਸੀਂ ਮਨੂ ਦੱਤਾ ਜੀ ਤੋਂ ਕੋਈ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਇਸ ਵਕਤ ਵੀ ਸਾਨੂੰ ਕਾਲਰਸ ਕਾਲ ਕਰ ਰਹੇ ਨੇ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਮਨੂ ਦੱਤਾ ਜੀ ਨੂੰ ਉਹਨਾਂ ਦੇ ਆਫਿਸਿਸ ਦੇ ਨੰਬਰ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾਏ ਹੋਏ ਨੇ, ਉੱਥੇ ਤੁਸੀਂ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।